ਉਹਰਾ ਸ੍ਰੀ ਗੁਰ ਪਗ ਕੇਤਕ ਪੁਛਪ ਪ੍ਰੇਮ ਕੰਟ ਜਹ ਸੰਗ ਮਨ ਮਲਿੰਦ ਕੋ ਵੇਦ ਕਰ ਕਹੋ ਕਥਾ ਸੋ ਉਮੰਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਅੰਤਰਜਾਮੀ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਇਹਨਾਂ ਦਾ ਪਾਵਨ ਪਵਿੱਤਰ ਪ੍ਰਸੰਗ ਪਿਛੇ ਲੜੀਵਾਰ 2 ਪ੍ਰਸੰਗ ਸ਼ਰਵਣ ਕਰ ਚੁੱਕੇ ਹਾਂ। ਭਗਤ ਪ੍ਰਹਿਲਾਦ ਜੀ ਜਿਨ੍ਹਾਂ ਨੇ ਅਥਾਹ ਕਮਾਈ ਕੀਤੀ ਹੈ, ਧੰਨ ਹੈ ਭਗਤ ਪ੍ਰਹਿਲਾਦ ਜੀ ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਹੁਤ ਨਾਮ ਆਇਆ। 5 ਸਾਲ ਦੀ ਛੋਟੀ ਉਮਰ ਵਿੱਚ ਆਪ ਨੇ ਪਰਮੇਸ਼ਰ ਦੀ ਬੰਦਗੀ ਕਰਕੇ ਬਹੁਤ ਵੱਡੀਆਂ ਬਖਸ਼ਿਸ਼ਾਂ ਪ੍ਰਾਪਤ ਕਰਕੇ ਅਕਾਲ ਪੁਰਖ ਦੇ ਪੁੱਤਰ ਬਣੇ ਨੇ। ਉਹਨਾਂ ਦੇ ਪਾਵਨ ਪ੍ਰਸੰਗ ਆਪਾਂ ਸ਼ਰਵਣ ਕਰ ਰਹੇ ਹਾਂ। ਪਹਿਲਾਂ ਸਤਿਗੁਰੂ ਮਹਾਰਾਜ ਦਾ ਗੁਰਚਰਨ ਪ੍ਰੇਮ ਮੰਗਲ ਕਵੀ ਸੰਤੋਖ ਸਿੰਘ ਜੀ ਜਿਨ੍ਹਾਂ ਨੂੰ ਚੂੜਾਮਣੀ ਖਿਤਾਬ ਮਿਲਿਆ ਸੀ, ਗਿਆਨੀ ਸੰਤ ਸਿੰਘ ਜੀ ਹਰਿਮੰਦਰ ਸਾਹਿਬ ਦੇ ਵਿੱਚ ਸੇਵਾ ਕਰਨ ਵਾਲੇ ਹੈਡ ਗ੍ਰੰਥੀ, ਸੋ ਟਕਸਾਲ ਦੇ ਵਿੱਚ ਪੜ੍ਹੇ ਹੋਏ, ਉਹਨਾਂ ਨੇ ਕਵੀ ਸੰਤੋਖ ਸਿੰਘ ਜੀ ਨੂੰ ਬਹੁਤ ਸੋਹਣਾ ਵਿਦਿਆ ਦੀ ਦਾਤ ਗੁਰੂ ਦੀ ਕਿਰਪਾ ਨਾਲ ਬਖਸ਼ੀ। ਕਾਵਿ ਰਚਨਾ ਅੱਜ ਤੱਕ ਉਹਨਾਂ ਦੇ ਮੁਕਾਬਲੇ ਵਿੱਚ ਕੋਈ ਕਾਵਿ ਰਚਨਾ ਕਵੀ ਨਹੀਂ ਕਰ ਸਕਿਆ ਹੈ। ਸੋ ਜਿੱਥੇ ਆਪਣੀ ਮਿਹਨਤ ਹੁੰਦੀ ਹੈ ਉੱਥੇ ਵੱਖਰੀ ਗੱਲ ਹੈ, ਜਿੱਥੇ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ ਉੱਥੇ ਅਲੱਗ ਬਾਤ ਹੋ ਜਾਂਦੀ ਹੈ। ਸੋ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਦਾ ਸਦਕਾ ਕਵੀ ਜੀ ਫਰਮਾਉਂਦੇ ਨੇ, ਪਹਿਲਾਂ ਦੋਹਰਾ ਫੇਰ ਪ੍ਰਸੰਗ ਪ੍ਰਾਰੰਭ ਕਰਨਗੇ। ਆਓ ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰ ਪਗ ਕੇਤਕ ਪੁਸਪ ਪ੍ਰੇਮ ਕੁੰਟ ਜਹ ਸੰਗ ਮਨ ਮਲਿੰਦ ਕੋ ਵੇਦ ਕਰ ਕਹੋ ਕਥਾ ਸੋ ਅਮੰਗ। ਸੋ ਕਵੀ ਜੀ ਫਰਮਾਉਂਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਦੇ ਜੋ ਚਰਨ ਨੇ, ਇੱਕ ਫੁੱਲ ਹੁੰਦਾ ਹੈ ਕੇਤਕੀ। ਸੋ ਕੇਤਕੀ ਦੇ ਫੁੱਲ ਸਮਾਨ ਸੁਗੰਧਿਤ ਹਨ, ਕਿਉਂਕਿ ਕੇਤਕੀ ਕਿਉੜੇ ਨਾਲ ਮਿਲਦਾ ਇੱਕ ਛੋਟਾ ਬੂਟਾ ਹੈ ਜਿਹਨੂੰ ਪੀਲੇ ਰੰਗ ਦੇ ਬੜੇ ਖੁਸ਼ਬੂਦਾਰ ਬੰਦ ਮੁੰਜਰਾਂ ਵਰਗੇ ਲੰਬੇ ਫੁੱਲ ਲੱਗਦੇ ਨੇ। ਸੋ ਇਹਨਾਂ ਫੁੱਲਾਂ ਤੋਂ ਅਤਰ ਤੇ ਅਰਕ ਵੀ ਬਣਦਾ ਹੈ, ਇਹਦੀ ਖੁਸ਼ਬੂ ਬੜੀ ਅੱਛੀ ਹੁੰਦੀ ਹੈ। ਪਰ ਕਵੀ ਜਨ ਕਹਿੰਦੇ ਨੇ ਕਿ ਭੌਰਾ ਇਸ ਫੁੱਲ ਦੇ ਉੱਤੇ ਨਹੀਂ ਬੈਠਦਾ, ਕਿਉਂਕਿ ਇਹਦੀਆਂ ਪੱਤੀਆਂ ਨਾਲ ਕੰਡੇ ਵੀ ਹੁੰਦੇ ਨੇ। ਇਸ ਕਰਕੇ ਕਵੀ ਜੀ ਕਹਿੰਦੇ ਨੇ ਕਿ ਮੈਂ ਆਪਣੇ ਮਨ ਰੂਪੀ ਭੌਰੇ ਨੂੰ ਪ੍ਰੇਮ ਦੇ ਕੰਡਿਆਂ ਨਾਲ ਵਿੰਨ੍ਹ ਕੇ ਗੁਰ ਪਗ ਰੂਪੀ ਕੇਤਕੀ ਫੁੱਲ ਦੇ ਉੱਤੇ ਬਿਠਾਵਾਂਗਾ। ਇਸੇ ਕਰਕੇ ਕਹਿੰਦੇ ਨੇ ਕਿ ਗੁਰੂ ਦੇ ਚਰਨ ਕੇਤਕੀ ਦੇ ਫੁੱਲ ਸਮਾਨ ਸੁਗੰਧਿਤ ਹਨ, ਜਿਨ੍ਹਾਂ ਦੇ ਨਾਲ ਪ੍ਰੇਮ ਦਾ ਕੰਡਾ ਵੀ। ਇਸੇ ਕੰਡੇ ਨਾਲ ਮਨ ਰੂਪੀ ਭੌਰੇ ਨੂੰ ਵਿੰਨ੍ਹ ਕੇ ਸੋ ਹੁਣ ਮੈਂ ਅੱਗੋਂ ਦੀ ਜੋ ਕਥਾ ਹੈ ਉਮੰਗਾਂ ਦੇ ਨਾਲ, ਉਤਸ਼ਾਹ ਦੇ ਨਾਲ ਸੰਗਤ ਨੂੰ ਸੁਣਾਉਂਦਾ ਹਾਂ। ਜੋ ਪਈ ਸੁਨ ਸ੍ਰੀ ਅੰਗਦ ਕਥਾ ਪੁਨੀਤਾ। ਇਹ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਭਾਈ ਬਾਲਾ ਸੰਧੂ ਜੀ ਫਰਮਾਉਂਦੇ ਨੇ ਅੱਗੇ ਜਿਹੜੀ ਕਥਾ ਹੈ ਮਹਾਰਾਜ ਜੀ ਹੁਣ ਤੁਸੀਂ ਸ਼ਰਵਣ ਕਰੋ। ਸ੍ਰੀ ਖਡੂਰ ਸਾਹਿਬ ਦੇ ਵਿੱਚ ਤਪਿਆਣਾ ਸਾਹਿਬ ਗੁਰਦੁਆਰਾ ਸਾਹਿਬ, ਜਿੱਥੇ ਬਾਹਰਲੇ ਪਾਸੇ ਨਾਲ ਲੱਗਦਾ ਹੀ ਭਾਈ ਬਾਲਾ ਜੀ ਦੀ ਸਮਾਧ ਬਣੀ ਹੋਈ ਹੈ, ਜਿੱਥੇ ਉਹਨਾਂ ਦਾ ਸੰਸਕਾਰ ਹੋਇਆ ਸੀ।
ਬਹੁਤ ਸਾਰੇ ਲੋਕਾਂ ਦਾ ਕਥਨ ਹੈ ਕਿ ਭਾਈ ਬਾਲਾ ਜੀ ਹੋਏ ਨਹੀਂ, ਪਰ ਉੱਥੇ ਉਹਨਾਂ ਦੀ ਸਮਾਧ ਬਣੀ ਹੈ, ਸੰਸਕਾਰ ਹੋਇਆ। ਤੇ ਇਸ ਤਰ੍ਹਾਂ ਕਰਨ ਦੇ ਨਾਲ ਜੇ ਉਹ ਨਹੀਂ ਸਨ ਨਾਲ, ਤਾਂ ਉਹਨਾਂ ਦਾ ਨਾਮ ਕਿਵੇਂ ਆ ਗਿਆ ਫਿਰ ਸਾਹਮਣੇ। ਸੋ ਇਸ ਤਰ੍ਹਾਂ ਦੇ ਨਾਲ ਹੈ ਕਿ ਗੁਰੂ ਅੰਗਦ ਦੇਵ ਜੀ ਨੂੰ ਭਾਈ ਬਾਲਾ ਜੀ ਇਹ ਪਵਿੱਤਰ ਕਥਾ ਅੱਗੇ ਸੁਣਾ ਰਹੇ ਹਨ। ਕਹਿਤ ਪ੍ਰਹਿਲਾਦ ਭਇਓ ਜਸ ਰੀਤਾ। ਸੋ ਪ੍ਰਹਲਾਦ ਜੀ ਕਹਿਣ ਲੱਗੇ ਜਿਸ ਤਰੀਕੇ ਨਾਲ ਹੋਇਆ। ਦੈਤ ਪੁੱਤਰ ਜਬ ਢਿਗ ਹਵੈ ਵੈਸੇ। ਸੋ ਜਿਹੜੇ ਦੈਤ ਪੁੱਤਰ ਸੀ ਪ੍ਰਹਲਾਦ ਜੀ ਦੇ ਕੋਲ ਹੋ ਕੇ ਜਦੋਂ ਨਾਲ ਦੇ ਇਹਦੇ ਹਾਣ ਦੇ ਬੱਚੇ ਪੜ੍ਹਨ ਆਉਂਦੇ ਸੀ, ਉਹ ਜਦੋਂ ਕੋਲ ਬੈਠਦੇ ਸਨ, 300 ਬਚਨ ਸੁਭਗ ਉਪਦੇਸੈ। ਉਹਨਾਂ ਨੂੰ ਸੁਭਗ ਜਿਹੜੇ ਸ੍ਰੇਸ਼ਟ ਬਚਨ ਸਨ ਪ੍ਰਹਲਾਦ ਜੀ ਉਹਨਾਂ ਨੂੰ ਨਾਮ ਦੀ ਮਹਿਮਾ ਬਾਰੇ ਦੱਸਦੇ, ਪਰਮੇਸ਼ਰ ਬਾਰੇ ਦੱਸਦੇ ਅਤੇ ਸਾਰੇ ਬੱਚਿਆਂ ਨੂੰ ਪਰਮਾਤਮਾ ਦਾ ਨਾਮ ਜਪਾਉਂਦੇ। ਦੁਨੁਜ ਸੁਤਹੁ ਸੁਨਿਐ ਜੈ ਕਾਨਾ। ਸੋ ਇਸ ਕਰਕੇ ਅੱਗੇ ਦਨੁਜ ਸੁਤਹੁ, ਇਹ ਦਾਨਵਾਂ ਦੇ ਪੁੱਤਰੋ ਅੱਗੇ ਕੰਨ ਦੇ ਕੇ ਸੁਣੋ। ਕਰਹੁ ਪ੍ਰਾਨ ਨਿਜ ਕੋ ਕਲਿਆਣਾ। ਸੋ ਆਪਣੇ ਪ੍ਰਾਣਾਂ ਦਾ ਜੋ ਕਲਿਆਣ ਹੈ ਤੁਸੀਂ ਇਸ ਤਰ੍ਹਾਂ ਕਰੋ। ਇਹ ਤਨ ਦੁਰਲਭ ਜਾਨੋ ਭਾਈ। ਇਹ ਪ੍ਰਹਲਾਦ ਜੀ ਉਹਨਾਂ ਬੱਚਿਆਂ ਨੂੰ ਜੋ ਦੈਂਤਾਂ ਦੇ ਬੱਚੇ ਨੇ ਸਮਝਾ ਰਹੇ ਨੇ ਉਹਨਾਂ ਨੂੰ ਵੀ ਇਹ ਜਿਹੜਾ ਸਰੀਰ ਹੈ, ਇਹ ਜਿਹੜਾ ਜਨਮ ਹੈ, ਇਹ ਫੇਰ ਨਹੀਂ ਮਿਲਦਾ ਹੁੰਦਾ। ਇੱਕੋ ਹੀ ਚਾਂਸ ਹੁੰਦਾ, ਇੱਕੋ ਹੀ ਮੌਕਾ ਹੁੰਦਾ। ਮਨੁੱਖਾ ਜਨਮ ਦਿੱਤਾ ਜਦੋਂ ਰੱਬ ਨੇ। ਪੁਨ ਸਥਿਰ ਨਹਿ ਜਗਤ ਰਹਾਈ। ਫਿਰ ਇਹ ਜਿਹੜਾ ਸਰੀਰ ਹੈ ਸੰਸਾਰ ਦੇ ਅੰਦਰ ਕਾਇਮ ਨਹੀਂ ਰਹਿੰਦਾ ਸਦਾ। ਸੇਵੋ ਸ੍ਰੀਪਤ ਚਰਨ ਸਰੋਜਾ। ਹਮੇਸ਼ਾ ਹੀ ਜੋ ਸ਼੍ਰੀ ਲక్ష్ਮੀ ਹੈ, ਇੱਥੇ ਸ਼੍ਰੀ ਨਾਮ ਮਾਇਆ ਦਾ, ਉਹਦਾ ਜੋ ਪਤੀ ਪਰਮਾਤਮਾ, ਉਹਦੇ ਜਿਹੜੇ ਚਰਨ ਕਮਲ ਨੇ, ਹਮੇਸ਼ਾ ਹੀ ਉਹਨੂੰ ਸਰੇਵਣਾ ਕਰੋ। ਭਾਵ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੋ। ਤਜਹੁ ਹਿਰਦੈ ਤੇ ਮਨ ਮਨੋਜਾ। ਜਿਹੜਾ ਮਨ ਦੇ ਅੰਦਰੋਂ ਹੰਕਾਰ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰ ਹੈ, ਇਹਨਾਂ ਨੂੰ ਬੰਦੇ ਨੂੰ ਚਾਹੀਦਾ ਹੈ ਕਿ ਛੱਡ ਕੇ ਪਰਮਾਤਮਾ ਵਿੱਚ ਆਸਤਕ ਭਾਵਨਾ ਲਿਆ ਕੇ ਕਿ ਵਾਹਿਗੁਰੂ ਹੈ, ਰਾਮ ਪਰਮੇਸ਼ਰ ਹੈ, ਹਾਜ਼ਰ ਨਾਜ਼ਰ ਹੈ, ਹਾਜ਼ਰ ਜਾਣ ਕੇ ਵਾਹਿਗੁਰੂ ਕਹੋ। ਨਿਸ ਦਿਨ ਸਿਮਰਹੁ ਨਾਮ ਮਹਾਨਾ। ਇਹ ਜਿਹੜਾ ਮਹਾਨ ਪਰਮੇਸ਼ਰ ਦਾ ਨਾਮ ਹੈ, ਇਹਨੂੰ ਨਿਸ ਦਿਨ ਹੁੰਦਾ, ਰਾਤ ਦਿਨ ਸਿਮਰਨ ਕਰੋ ਇਹਦਾ। ਸਭ ਸੁਖ ਧਾਮ ਕਰਤ ਕਲਿਆਣਾ। ਕਿਉਂਕਿ ਨਾਮ ਜੋ ਹੈ ਸਾਰੇ ਸੁੱਖਾਂ ਦਾ ਧਾਮ ਤੋਂ ਭਾਵ ਘਰ ਹੈ। ਕਿਉਂਕਿ ਜਿੰਨੇ ਵੀ ਸੁੱਖ ਨੇ ਉਹਨਾਂ ਨੇ ਨਾਮ ਵਿੱਚੋਂ ਹੀ ਜਨਮ ਲੈਣਾ। ਇਹ ਬੰਦੇ ਦਾ ਨਾਲੇ ਤਾਂ ਕਲਿਆਣ ਕਰ ਦਿੰਦਾ, ਨਾਮ ਮੁਕਤੀ ਦੇ ਦਿੰਦਾ, ਨਾਲੇ ਸੁਖ ਦੇ ਦਿੰਦਾ ਹੈ। ਤਜਹੁ ਭੋਗ ਹਿਤ ਕਰਨ ਉਪਾਈ। ਸੋ ਇਸ ਕਰਕੇ ਇਹ ਜਿਹੜਾ ਹੈ ਉਪਾਅ ਕਰਦੇ ਆ ਸੰਸਾਰ ਦੇ ਵਿੱਚ, ਖਾਣਾ ਪੀਣਾ ਪਹਿਰਨਾ ਭੋਗਣਾ, ਇਹਨਾਂ ਲਈ ਬੰਦਾ ਯਤਨ ਬਹੁਤ ਕਰਦਾ। ਇਹ ਸਾਰੇ ਚੀਜ਼ਾਂ ਛੱਡ ਦਿਓ। ਇਹ ਸਭ ਜੋਨ ਵੇਖੈ ਕਰ ਆਈ। ਕਿਉਂਕਿ ਜਿਹੜਾ ਹੈ ਭੋਗ ਵਿਕਾਰ ਨੇ, ਖਾਣੇ ਪੀਣੇ ਨੇ, ਇਹ ਹਰੇਕ ਜੂਨ ਵਿੱਚ ਹੀ ਮਿਲਦਾ। ਹਰ ਜੂਨ ਵਿੱਚ ਬੰਦਾ, ਭਾਵੇਂ ਕੋਈ ਪਸ਼ੂ ਹੈ ਬੰਦਾ ਹੈ, ਹਰੇਕ ਜੂਨ ਦੇ ਵਿੱਚ ਸੌਣਾ ਖਾਣਾ ਇਤਿਆਦਿਕ ਜਿੰਨੀ ਕਿਰਿਆ ਹੁੰਦੀ ਹੈ ਉਹ ਬੰਦਾ ਕਰਦਾ ਹੀ ਹੈ। ਬੰਦੇ ਵਿੱਚ ਕੀ ਜ਼ਿਆਦਾ ਹੈ? ਗਿਆਨ ਨਰਨ ਨਿਜ ਅਧਿਕਤਾ, ਗਿਆਨ ਬਿਨਾ ਪਸ ਜਾਨ। ਸੋ ਪੰਡਤ ਗੁਲਾਬ ਸਿੰਘ ਜੀ ਫਰਮਾਉਂਦੇ ਨੇ ਸਾਰ ਕਿਤਾਬਲੀ ਦੇ ਵਿੱਚ ਕਿ ਨਿੰਦਰਾ ਜਿਹੜਾ ਸੌਣਾ ਹੈ, ਭੋਜਨ ਜਿਹੜਾ ਖਾਣਾ ਹੈ, ਭੋਗ ਵਿਕਾਰ ਜਿਹੜੇ ਨੇ, ਨਿੰਦਰਾ ਭੋਜਨ ਭੋਗ ਤੇ ਭੈ, ਜਿਹੜਾ ਇੱਕ ਦੂਜੇ ਤੋਂ ਡਰਨਾ ਤੇ ਡਰਾਉਣਾ, ਇਹ ਚੀਜ਼ਾਂ ਤਾਂ ਹਰੇਕ ਵਿੱਚ ਬਰਾਬਰ ਹੀ ਨੇ ਆਪਣੇ 'ਚ। ਨਿੰਦਰਾ ਭੋਜਨ ਭੋਗ ਭੈ ਯਹ ਪਸ ਪੁਰਖ ਸਮਾਨ। ਇਹ ਚੀਜ਼ਾਂ ਜਿਹੜੀਆਂ ਨੇ ਇਹ ਪਸ਼ੂ ਵਿੱਚ ਤੇ ਬੰਦੇ ਵਿੱਚ ਸਮਾਨ ਬਰਾਬਰ ਨੇ।
ਬੰਦੇ ਵਿੱਚ ਜ਼ਿਆਦਾ ਕੀ ਚੀਜ਼ ਹੈ? ਕਹਿੰਦੇ ਗਿਆਨ, ਨਰਨ ਨਿਜ ਅਧਿਕਤਾ। ਗਿਆਨ ਬਿਨਾ ਪਛਾਣ। ਬੰਦਿਆਂ ਵਿੱਚ ਇੱਕ ਚੀਜ਼ ਜ਼ਿਆਦਾ ਹੈ, ਗਿਆਨ। ਗਿਆਨ ਕਰਕੇ ਹੀ ਇਹਨੂੰ ਕਿਹਾ ਜਾਂਦਾ ਮਨੁੱਖ, ਬੰਦਾ, ਇਨਸਾਨ। ਤੇ ਜੇ ਇਹਦੇ ਵਿੱਚ ਗਿਆਨ ਨਾ ਹੋਵੇ ਫਿਰ ਇਹਨੂੰ ਪਸ਼ੂ ਕਿਹਾ ਜਾਂਦਾ। ਸਤਿਗੁਰੂ ਆਪ ਕਹਿੰਦੇ ਨੇ, ਬਿਨ ਸੰਗਤ ਸਭ ਐਸੇ ਰਹਿ ਹੈ ਜੈਸੇ ਪਸ ਢੋਰ। ਕਿਉਂਕਿ ਅਸਲੀਅਤ ਇਹ ਹੁੰਦੀ ਕਿ ਸੰਗਤ ਕੀਤੇ ਤੋਂ ਬਿਨਾਂ ਬੰਦੇ ਦੇ ਅੰਦਰ ਸੋਝੀ ਪੈਦਾ ਨਹੀਂ ਹੁੰਦੀ। ਗੱਲ ਪੜ੍ਹਾਈ ਦੀ ਨਹੀਂ ਹੈ, ਪੜ੍ਹ ਲਿਖ ਜਾਣਾ ਕੋਈ ਵੱਡੀ ਗੱਲ ਨਹੀਂ ਹੁੰਦੀ। ਸੰਸਾਰ ਦੇ ਅੰਦਰ, ਦੁਨੀਆ ਦੇ ਅੰਦਰ ਜਿੰਨੇ ਬਹੁਤੇ ਜ਼ਿਆਦਾ ਕੰਮ ਹੁੰਦੇ ਨੇ, ਬਹੁਤ ਜ਼ਿਆਦਾ ਐਸੇ ਕਾਰਜ, ਕਿਉਂਕਿ ਜਿੰਨੀ ਪੜ੍ਹਾਈ ਹੋਈ ਹੈ ਦਿਮਾਗ ਓਨਾ ਤੇਜ਼ ਹੋ ਜਾਂਦਾ। ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੇ ਲੋਕਾਂ ਨੇ ਦੁਨੀਆ ਅੰਦਰ ਇਹੋ ਜਿਹੇ ਕੇਸ ਹੋਏ ਨੇ, ਕੰਪਿਊਟਰਾਂ ਦੇ ਰਾਹੀਂ ਦੂਜਿਆਂ ਦੇ ਪੈਸੇ ਹੀ ਕੱਢ ਲਏ ਬੈਂਕਾਂ 'ਚੋਂ। ਹੁਣ ਅਨਪੜ੍ਹ ਬੰਦੇ ਨੂੰ ਤਾਂ ਕੰਪਿਊਟਰ ਵੀ ਨਹੀਂ ਆਉਂਦਾ। ਐਸੀਆਂ ਸ਼ਰਾਰਤਾਂ ਜਿਹੜੀਆਂ ਕਰਨੀਆਂ ਨੇ, ਤਰ੍ਹਾਂ ਤਰ੍ਹਾਂ ਦੀਆਂ ਰਿਸ਼ਵਤਾਂ ਲੈਣੀਆਂ ਨੇ, ਵੱਡੇ ਅਹੁਦਿਆਂ ਤੇ ਹੋ ਕੇ ਗਲਤ ਕੰਮ ਕਰਨੇ ਨੇ, ਇਹ ਪੜ੍ਹਾਈ ਨਾਲ ਹੀ ਹੁੰਦੇ ਨੇ। ਤਾਂ ਤੇ ਜਿਹੜੀ ਵਿੱਦਿਆ ਸਤਿਗੁਰੂ ਨੇ ਕਹੀ ਹੈ, ਵਿੱਦਿਆ ਵਿਚਾਰੀ ਤਾਂ ਪਰਉਪਕਾਰੀ। ਵਿੱਦਿਆ ਅਸਲ ਵਿੱਚ ਪਰਉਪਕਾਰ ਲਈ ਪੜ੍ਹੀ ਜਾਂਦੀ ਹੈ। ਵਿੱਦਿਆ ਦੂਜੇ ਦਾ ਨੁਕਸਾਨ ਕਰਨ ਲਈ ਨਹੀਂ ਪੜ੍ਹੀ ਜਾਂਦੀ। ਬਹੁਤ ਲੋਕ ਵਿੱਦਿਆ ਨੂੰ ਪੜ੍ਹ ਕੇ ਉਹਦੀ ਦੁਰਵਰਤੋਂ ਕਰਦੇ ਨੇ। ਇਸ ਕਰਕੇ ਵਿੱਦਿਆ ਦੇ ਵਿੱਚ ਸਾਨੂੰ ਜਨਰਲ ਨੌਲੇਜ ਹੁੰਦੀ। ਸਿਰਫ ਜਨਰਲ ਨੌਲੇਜ ਜਿਹੜੀ ਹੈ ਉਹ ਆਮ ਜੀ ਚੀਜ਼ ਹੈ। ਇੱਕ ਜਿਵੇਂ ਕਹੀਏ ਬੰਦੇ ਨੂੰ ਬੜਾ ਗਿਆਨ ਹੈ। ਗਿਆਨ ਦੋ ਪ੍ਰਕਾਰ ਦਾ ਹੈ, ਇੱਕ ਰੱਬੀ ਗਿਆਨ ਹੈ, ਇੱਕ ਸਧਾਰਨ ਗਿਆਨ ਹੈ। ਸਧਾਰਨ ਗਿਆਨ ਤਾਂ ਬਹੁਤ ਮਨੁੱਖਾਂ ਨੂੰ ਬਹੁਤ ਨੌਲੇਜ ਹੋ ਜਾਂਦੀ ਹੈ, ਹਰੇਕ ਚੀਜ਼ ਦੀ ਨੌਲੇਜ। ਪਰ ਰੱਬੀ ਗਿਆਨ ਅਤੇ ਸੋਝੀ ਜਿਹੜੀ ਅੱਖਰ ਹੈ, ਜਿਹੜੇ ਗੁਰਮਤਿ ਵਿੱਚ ਵੱਡੀ ਚੀਜ਼ ਹੈ ਸੋਝੀ ਹੋਣੀ। ਸੋਝੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਜਿਵੇਂ ਭਈ ਆਪਾਂ ਨੂੰ ਪਤਾ ਹੈ ਵੀ ਅੱਗੇ ਟੋਆ, ਜਿਵੇਂ ਜਾਣ ਬੁੱਝ ਕੇ ਟੋਏ 'ਚ ਡਿੱਗਣਾ। ਸੋ ਜਿਵੇਂ ਕੋਈ ਜੋਤਸ਼ੀ ਸੀ, ਕਹਿੰਦੇ ਬੜਾ ਵੱਡਾ, ਉਹ ਤੁਰਿਆ ਜਾਂਦਾ, ਰਾਤ ਨੂੰ ਟੋਏ 'ਚ ਡਿੱਗ ਪਿਆ। ਉੱਚੀ ਉੱਚੀ ਰੌਲਾ ਪਾਇਆ। ਲਾਗੇ ਇੱਕ ਮਾਤਾ ਦਾ ਘਰ ਸੀ, ਉਹਨੇ ਦੇਖਿਆ ਬੰਦਾ ਡਿੱਗ ਕੇ ਰੌਲਾ ਪਾ ਰਿਹਾ। ਸੋ ਮਾਤਾ ਨੇ ਛੋਟੀ ਜਿਹੀ ਪੌੜੀ ਰੱਖ ਦਿੱਤੀ ਵਿੱਚ, ਤੇ ਉਹ ਚੜ੍ਹ ਕੇ ਉੱਪਰ ਆ ਗਿਆ। ਕਹਿੰਦਾ, ਮਾਤਾ ਤੈਨੂੰ ਪਤਾ ਮੈਂ ਕੌਣ ਆ? ਕਹਿੰਦੀ, ਕੌਣ ਹੈ ਤੂੰ? ਕਹਿੰਦੇ, ਮੈਂ ਰਾਜ ਜੋਤਸ਼ੀ ਹਾਂ, ਵੱਡੇ ਵੱਡੇ ਰਾਜਿਆਂ ਨੂੰ ਮੈਂ ਉਹਨਾਂ ਦਾ ਭਵਿੱਖ ਦੱਸਦਾ, ਬਹੁਤ ਪੈਸਾ ਲੈਂਦਾ ਉਹਨਾਂ ਤੋਂ, ਪਰ ਤੈਨੂੰ ਮੈਂ ਫ੍ਰੀ ਦੱਸਾਂਗਾ ਸਾਰਾ। ਮਾਤਾ ਕਹਿੰਦੀ, ਕਮਲਿਆ, ਜਦ ਤੂੰ ਟੋਆ ਆਪ ਨਹੀਂ ਦੇਖ ਸਕਿਆ, ਮੂਹਰੇ ਟੋਏ 'ਚ ਡਿੱਗ ਪਿਆ, ਤੂੰ ਮੈਨੂੰ ਕੀ ਭਵਿੱਖ ਦੱਸੇਂਗਾ? ਗਾਂਹ ਤੁਰਦਾ ਲੱਗ। ਇਸ ਕਰਕੇ ਹੈ ਕਿ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਇੱਕ ਸੋਝੀ ਹੁੰਦੀ ਇਨਸਾਨ ਦੇ ਅੰਦਰ। ਸੋਝੀ ਨਾਮ ਤੋਂ ਬਿਨਾਂ ਪੈਦਾ ਨਹੀਂ ਹੁੰਦੀ, ਗੁਰਬਾਣੀ ਤੋਂ ਬਿਨਾਂ। ਅਭਿਆਸ ਕਰਨ ਦੇ ਨਾਲ ਅੰਦਰੋਂ ਦਿਮਾਗ ਦੇ ਪਰਦੇ ਖੁੱਲ੍ਹਦੇ ਨੇ ਜਦੋਂ, ਉਸ ਵਕਤ ਇਨਸਾਨ ਅੰਦਰ ਇੱਕ ਚੀਜ਼ ਪੈਦਾ ਹੁੰਦੀ, ਸੋਝੀ। ਉਹ ਜਦੋਂ ਸੋਝੀ ਇਨਸਾਨ ਅੰਦਰ ਆ ਜਾਂਦੀ ਹੈ, ਇਹ ਸੋਝੀ ਪ੍ਰਹਿਲਾਦ ਜੀ ਨੂੰ, ਧਰੁਵ ਜੀ ਨੂੰ ਛੋਟੀ ਉਮਰ 'ਚ ਆ ਗਈ। ਇਸੇ ਕਰਕੇ ਉਹ ਦੂਜੇ ਬੱਚਿਆਂ ਨੂੰ ਕਹਿੰਦੇ ਨੇ, ਜਿਹੜੇ ਨੇ ਸੰਸਾਰ ਦੇ ਵਿਦਿਅਕ ਕੰਮ ਨੇ, ਇਹਨਾਂ ਦੀ ਬਜਾਏ ਤੁਸੀਂ ਨਾਮ ਜਪੋ। ਆ ਜਿੰਨਾ ਹੈ ਸਾਰਾ ਪ੍ਰਹਿਲਾਦ ਜੀ ਸੋਝੀ ਦੇ ਰਹੇ ਹਨ। ਸੂਕਰ ਸਵਾਨ ਆਦ ਪਛ ਜਿਉ। ਕਿਉਂਕਿ ਇਹ ਜਿਹੜੀਆਂ ਸਾਰੀਆਂ ਪਿਛਲੀਆਂ ਜਨਮਾਂ ਵਿੱਚ ਕਹਿੰਦੇ ਤੁਸੀਂ ਬੜੀਆਂ ਜੂਨਾਂ ਵਿੱਚ ਵਿਸ਼ੇ ਵਿਕਾਰ ਭੋਗ ਆਏ, ਖਾਣੇ ਖਾਏ ਕਈ ਪ੍ਰਕਾਰ ਦੇ, ਸੌਂ ਲਏ, ਸ਼ੂਕਰ ਬਣ ਗਏ, ਸੂਰ, ਸਵਾਨ, ਕੂਕਰ, ਪਸ਼ੂ ਆਦਿਕ ਜਿੰਨੇ ਹਨ। ਕਰਮਾ ਧੀਨ ਪਾਏ ਸਭ ਤਿਉ। ਇਹ ਕਰਮਾਂ ਦੇ ਅਧੀਨ ਹੋ ਕਰਕੇ ਸਾਰੀਆਂ ਜੂਨੀਆਂ ਮਨੁੱਖ ਪਾਉਂਦਾ ਹੈ। ਇੰਦਰੀ ਸੁਖ ਪਾਇਤ ਸਭ ਠੌਰਾ। ਸੋ ਜਿੰਨੀਆਂ ਵੀ ਸਰੀਰਕ ਇੰਦਰੀਆਂ ਨੇ, ਇਹਨਾਂ ਦੇ ਸੁੱਖ ਪਾਉਂਦਾ। ਅੱਖਾਂ ਨੂੰ ਦੇਖਣ ਵਿੱਚ ਲਾਈ ਰੱਖਦਾ, ਕੰਨਾਂ ਨੂੰ ਸੁਣਨ ਵਿੱਚ, ਨੱਕ ਸੁਗੰਧੀ ਲੈਣ 'ਚ ਖੁਸ਼ ਰਹਿੰਦਾ। ਜੀਵ ਦਾ ਤੇ ਕਹਿ ਨਹੀਂ ਗਿਆ, ਹਰ ਵਕਤ ਸਵਾਦ ਖਾਣੇ ਮੰਗਦੀ ਆ। ਇਸ ਤਰ੍ਹਾਂ ਵਿਕਾਰਾਂ ਦੇ ਹੋਰ ਸਰੀਰਕ ਸ਼ਬਦ, ਸਪਰਸ਼, ਰਸ, ਰੂਪ, ਗੰਧ
ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਜਿੰਨੀਆਂ ਵੀ ਚੀਜ਼ਾਂ ਨੇ ਮਨੁੱਖ, ਇਹਨਾਂ ਦੇ ਅਧੀਨ ਮਨੁੱਖ ਵੀ ਤੇ ਪਸ਼ੂ ਵੀ ਇੱਕੋ ਜੈਸੇ ਰਹਿੰਦੇ ਹਨ। ਹਰ ਵਕਤ ਪਸ਼ੂ ਵੀ ਚਾਹੁੰਦਾ ਕਿ ਮੈਂ ਅੱਛੇ ਖਾਣੇ ਖਾਵਾਂ, ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਖਾਂਦਾ ਹੈ, ਤੇ ਫਰਕ ਇੰਨਾ ਕੁ ਹੁੰਦਾ ਹੈ ਕਿ ਆਤਮਾ ਉਹੀ ਹੈ ਪਰ ਸਰੀਰ ਵੱਖਰਾ। ਸਰੀਰ ਕਿਸੇ ਤਰ੍ਹਾਂ ਦਾ ਵੀ ਮਿਲ ਸਕਦਾ ਹੈ, ਪਰ ਜਦੋਂ ਇਨਸਾਨ ਨੂੰ ਇਹ ਦੇਹੀ ਮਿਲ ਗਈ ਤਾਂ ਉਹਨੂੰ ਸਿਰਫ ਪਰਮਾਤਮਾ ਦੀ ਪ੍ਰਾਪਤੀ ਲਈ ਦੇਹੀ ਮਿਲੀ ਹੈ। ਪਰ ਮਨੁੱਖ ਪਰਮਾਤਮਾ ਦੀ ਪ੍ਰਾਪਤੀ ਨੂੰ ਛੱਡ ਕੇ ਉਹੀ ਜਿਹੜੇ ਪਿਛਲੇ ਜਨਮਾਂ ਦੇ ਖਾਣੇ ਨੇ, ਪਿਛਲੇ ਜਨਮਾਂ ਦੇ ਕਰਮ ਨੇ, ਉਹਨਾਂ ਵਿੱਚ ਇਹਦੀ ਬਿਰਤੀ ਜ਼ਿਆਦਾ ਪ੍ਰਵਿਰਤ ਰਹਿੰਦੀ ਹੈ। ਬਿਨ ਪਰਿਆਸ ਖਗ ਆਦ ਜੇ ਔਰਾ, ਬਿਨਾਂ ਹੀ ਕਿਸੇ ਯਤਨ ਤੋਂ ਜਿਹੜੇ ਪੰਛੀ ਅਤੇ ਹੋਰ ਪਸ਼ੂ ਨੇ, ਬਿਨ ਸ਼ੰਕਾ ਤੇ ਵਾਸੁਰ ਰਾਤੀ, ਉਹ ਬਿਨਾਂ ਕਿਸੇ ਸ਼ੰਕਾ ਤੋਂ ਰਾਤ ਅਤੇ ਦਿਨ, ਕਾਮ ਚੇਛਟ ਕਰਤ ਸੁਹਾਤੀ, ਜਿਹੜੇ ਪਸ਼ੂ ਨੇ, ਪੰਛੀ ਨੇ, ਬਿਨਾਂ ਕਿਸੇ ਸ਼ੰਕਾ ਤੋਂ ਰਾਤ ਦਿਨ, ਇਹਨਾਂ ਨੂੰ ਕੋਈ ਕੁਛ ਨਹੀਂ ਕਹਿ ਸਕਦਾ। ਵਿਕਾਰਾਂ ਵਿੱਚ ਰਾਤ ਦਿਨ ਪਸ਼ੂਆਂ ਪੰਛੀਆਂ ਦੀ ਜ਼ਿੰਦਗੀ ਲੰਘ ਜਾਂਦੀ ਹੈ। ਇਹ ਤਨ ਭਜਨ ਹੇਤ ਹੈ ਦੀਨੋ, ਇਹ ਜਿਹੜਾ ਸਰੀਰ ਆਪਾਂ ਨੂੰ ਮਿਲਿਆ ਹੈ ਮਨੁੱਖਾ ਦੇ ਹੀ, ਤਨ ਚੇਤਨ ਚੇਤਨ ਹੇਤ ਦਿਓ, ਨੈ ਭੋਗਨ ਹੇਤ ਜਗਦੀਸ਼ ਦਿਓ। ਇਹ ਸਰੀਰ ਜਿਹੜਾ ਮਿਲਿਆ ਹੈ ਸਿਰਫ ਬੰਦਗੀ ਲਈ ਮਿਲਿਆ। ਇਸ ਬੰਦਗੀ ਨੂੰ ਕਰਕੇ, ਭਗਤੀ ਕਰਕੇ ਆਪਾਂ ਨੇ ਧਰਤੀ ਉੱਤੇ ਘਰ ਨਹੀਂ ਬਣਾਉਣਾ, ਧਰਤੀ ਦਾ ਸਮਾਨ ਨਹੀਂ ਇਕੱਠਾ ਕਰਨਾ, ਕਿਉਂਕਿ 60-80 ਇੰਨੀ ਕੀ ਉਮਰ ਹੈ, 90 ਹੋ ਜੂ, 100 ਹੋ ਜੂਗਾ। ਉਦੋਂ ਬਾਅਦ ਅਸੀਂ ਧਰਤੀ ਤੋਂ ਅੱਗੇ ਫੇਰ ਜਾਣਾ ਪਰਲੋਕ ਦੇ ਵਿੱਚ। ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਹੈ। ਜਿੱਥੇ ਆਪਾਂ ਜਾ ਕੇ ਅਸਲ ਵਿੱਚ ਰਹਿਣਾ, ਜਿੱਥੇ ਲੱਖਾਂ ਵਰ੍ਹੇ ਰਹਿਣਾ, ਉਸ ਲਈ ਕਰਨਾ ਸੀ 100 ਸਾਲ ਦੇ ਵਿੱਚ ਵਿੱਚ, 90 ਸਾਲਾਂ ਦੇ ਵਿੱਚ, 80 ਵਿੱਚ। ਸੁਖਦੇਵ ਮੁਨੀ ਜੰਮਦੇ ਹੀ ਸੁਖ ਲਈ ਉਦਾਸੀ। ਸੁਖਦੇਵ ਮੁਨੀ ਨੇ ਜਦ ਜਨਮ ਲਿਆ, ਕਹਿੰਦੇ ਨੇ ਭਾਵ ਜੰਮਦਿਆਂ ਜਦੋਂ ਬਚਪਨ 'ਚ ਮਾੜੀ ਜੀ ਸੋਝੀ ਪੈ ਗਈ, ਘਰੋਂ ਤੁਰ ਗਿਆ। ਪਿਤਾ ਨੇ ਆਵਾਜ਼ ਦਿੱਤੀ, ਪੁੱਤਰ ਕਿੱਧਰ ਚੱਲਿਆ? ਕਹਿੰਦੇ ਜੰਗਲਾਂ ਦੇ ਵਿੱਚ ਜਾ ਰਿਹਾ, ਭਗਤੀ ਹੀ ਕਰਾਂਗਾ ਮੈਂ, ਹੋਰ ਨਹੀਂ ਕੁਛ ਕਰਨਾ। ਕਹਿੰਦੇ ਪੁੱਤ ਘਰ ਰਹਿਣਾ ਚਾਹੀਦਾ ਤੈਨੂੰ। ਕਹਿੰਦੇ ਪਿਤਾ ਜੀ ਮੈਨੂੰ ਪਿਛਲੇ ਜਨਮਾਂ ਦਾ ਗਿਆਨ ਹੈ। ਜਦੋਂ ਇੱਕ ਜਨਮ ਵਿੱਚ ਮੈਂ ਖੋਤੇ ਦੇ ਜੂਨੀ ਵਿੱਚ ਸੀ, ਮੈਂ ਇੱਕ ਖਾਲੇ ਵਿੱਚ ਡਿੱਗ ਪਿਆ, ਬਿਮਾਰ ਸੀਗਾ, ਜ਼ਖਮੀ ਸੀ। ਲੋਕਾਂ ਨੇ ਚੁੱਕਣ ਦੀ ਬਜਾਏ ਮੇਰੇ ਉੱਤੇ ਲਾਂਘਾ ਬਣਾ ਲਿਆ, ਪੈਰ ਰੱਖ ਕੇ ਅੱਗੇ ਲੰਘਦੇ ਸੀ ਲੋਕੀ। ਮੈਂ ਠੰਡ ਨਾਲ ਰਾਤ ਨੂੰ ਮਰ ਗਿਆ। ਫਿਰ ਮੈਂ ਮਰ ਕੇ ਬਿੱਲਾ ਬਣਿਆ। ਜੰਗਲੀ ਬਿੱਲਿਆਂ ਨੇ ਮੇਰਾ ਗਾਲੀ ਘੁੱਟ ਦਿੱਤਾ, ਬਹੁਤ ਔਖੀ ਮੌਤ ਹੋਈ ਮੇਰੀ। ਐਸੀਆਂ ਮੈਂ ਬਹੁਤ ਜੂਨੀਆਂ ਭੋਗੀਆਂ ਨੇ। ਸੋ ਇਹ ਤੋਤਾ ਸੀ ਪਹਿਲੇ ਜਨਮ ਦੇ ਵਿੱਚ। ਇਸ ਕਰਕੇ ਕਹਿੰਦਾ ਹੁਣ ਮਨੁੱਖਾ ਦੇਹੀ ਮਸਾਂ ਮਿਲੀ ਆ, ਮੈਂ ਨਹੀਂ ਘਰ ਰਹਿਣਾ। ਮੈਂ ਬੰਦਗੀ ਕਰਕੇ, ਭਜਨ ਕਰਕੇ ਇਸ ਦੇਹੀ ਨੂੰ ਸਫਲਾ ਕਰਾਂਗਾ ਔਰ ਵੈਕੁੰਠ ਧਾਮ ਦੇ ਵਿੱਚ ਸਦਾ ਲਈ ਵਾਸਾ ਕਰਾਂਗਾ। ਮੈਂ ਤਾਂ ਆਪਣਾ ਇੱਕ ਸਵਾਸ ਵੀ ਨਹੀਂ ਖਰਾਬ ਕਰਨਾ ਚਾਹੁੰਦਾ। ਬਾਦ ਨ ਖੋਵਹ ਸੁਨਹੁ ਪਰ ਵੀਨੋ, ਸਿਆਣਿਓ ਕਹਿੰਦੇ ਇਹਨੂੰ ਬੇਅਰਥ ਨਾ ਖੋਵੋ। ਪ੍ਰਹਿਲਾਦ ਜੀ ਆਪਣੇ ਦੈਂਤਾਂ ਦੇ ਬੱਚਿਆਂ ਨੂੰ ਸਮਝਾਉਂਦੇ ਨੇ, ਸਿਆਣਿਓ ਇਹਨੂੰ ਬੇਅਰਥ ਨਾ ਗਵਾਓ ਜਨਮ ਨੂੰ। ਜੋ ਬਿਨ ਮੰਗੇ ਤੇ ਦੁੱਖ ਆਵੈ, ਸੋ ਜਿਵੇਂ ਬਿਨਾਂ ਮੰਗਿਆ ਹੀ ਦੁੱਖ ਆ ਜਾਂਦਾ ਹੈ, ਤਿਉਂ ਹੀ ਯਤਨ ਬਿਨਾ ਸੁਖ ਪਾਵੈ। ਇਸੇ ਤਰ੍ਹਾਂ ਹੀ ਯਤਨ ਤੋਂ ਬਿਨਾਂ ਹੀ ਸੁਖ ਪਾਉਂਦਾ ਨਾਮ ਜਪ ਕੇ। ਦੁਨੀਆ ਅੰਦਰ ਰਹਿੰਦੇ ਹੋਇਆਂ ਦੁੱਖ ਆਪਾਂ ਨੂੰ ਬਿਨਾਂ ਮੰਗਿਆ ਹੀ ਆ ਜਾਂਦੇ ਨੇ, ਇਹਨਾਂ ਨੂੰ ਮੰਗਣ ਦੀ ਲੋੜ ਨਹੀਂ ਕਿਸੇ ਤੋਂ। ਇਸੇ ਤਰ੍ਹਾਂ ਜੇ ਕੋਈ ਨਾਮ ਜਪਣ ਲੱਗ ਜੇ, ਉਹਨੂੰ ਸੁਤੇ ਸਿੱਧ ਸੁੱਖ ਆਪਣੇ ਆਪ ਹੀ ਆਈ ਜਾਂਦੇ, ਜਿਵੇਂ ਦੁੱਖ ਆਪਣੇ ਆਪ ਆਉਂਦੇ ਨੇ ਨਾਮ ਤੋਂ ਹੀਣੇ ਨੂੰ। ਨਾਮ ਜਪਣ ਵਾਲੇ ਨੂੰ ਸੁਤੇ ਸਿੱਧ ਸੁੱਖ ਆ ਜਾਂਦੇ ਹਨ। ਤਾਂ ਤੇ ਭੋਗਨ ਹੇਤ ਅਪਾਉ, ਇਸੇ ਕਰਕੇ ਪ੍ਰਹਿਲਾਦ ਜੀ ਕਹਿੰਦੇ ਮੈਂ ਕਹਿਣਾ ਕਿ ਜਿਹੜੇ ਖਾਣੇ ਪੀਣੇ ਪਹਿਰਨੇ ਭੋਗਣੇ ਤੇ ਜ਼ੋਰ ਲਾ ਰਹੇ ਹੋ, ਉਪਾਉ ਕਰ ਰਹੇ ਹੋ, ਕਰੀਏ ਨਹੀਂ ਕਦਾਚਿਤ ਕਾਉ। ਕਦਾਚਿਤ ਵੀ ਸਾਨੂੰ ਕਰਨੇ ਨਹੀਂ ਚਾਹੀਦੇ ਹਨ।
ਜਬ ਲੋ ਮਿਰਤ ਨਾ ਹੋਏ ਸਰੀਰਾ, ਜਦੋਂ ਤੱਕ ਸਰੀਰ ਨੂੰ ਮੌਤ ਨਹੀਂ ਆ ਜਾਂਦੀ, ਤਬ ਲੋ ਸਿਮਰਾ ਗੁਨੀ ਗਹੀਰਾ। ਉਦੋਂ ਤੱਕ ਜੋ ਗੁਣਾਂ ਦਾ ਖਜ਼ਾਨਾ ਅਕਾਲ ਪੁਰਖ ਵਾਹਿਗੁਰੂ ਹੈ, ਉਹਦਾ ਸਿਮਰਨ ਕਰੀ ਜਾਓ ਭਾਈ। ਸੁਨੋ ਆਰਬਲ ਬਿਤੇ ਜੇ ਹੋਤੇ, ਸੋ ਸੁਨੋ ਆਰਬਲ ਬਿਤੇ ਜੇ ਹੋਤੇ, ਜਿਹੜੀ ਆਪਣੀ ਉਮਰ ਹੈ ਉਹ ਜਿਸ ਤਰ੍ਹਾਂ ਬਤੀਤ ਹੋ ਰਹੀ ਹੈ। ਅਰਧ ਜਾਨ ਨਿੰਦਰਾ ਵਸ ਸੋਤੇ, ਅਧਿਕ ਨੀਂਦ ਜਿਹੜੀ ਹੈ ਉਹ ਤਾਂ ਆਪਣੀ ਨੀਂਦ ਦੇ ਵਸੀਕਾਰ ਹੀ ਹੋ ਜਾਂਦੀ ਹੈ। ਅੱਧੀ ਉਮਰ ਆਪਣੀ ਸੌਂ ਕੇ ਲੰਘ ਜਾਂਦੀ ਹੈ। ਬਾਲਕ ਮੁਗਦਾ ਬੁੱਧ ਮਹਿ ਕੀਤੀ, ਫਿਰ ਜਦੋਂ ਬੱਚਾ ਹੁੰਦਾ ਉਦੋਂ ਬਹੁਤਾ ਜ਼ਿਆਦਾ ਅਣਜਾਣ ਜਿਹਾ ਹੀ ਹੁੰਦਾ, ਸੋ ਇਹਦੀ ਬੁੱਧੀ ਇੰਨੀ ਕੰਮ ਨਹੀਂ ਕਰਦੀ। ਸੁਧ ਵਿਹੀਨ ਬਿਤ ਹੈ ਸਭ ਤੇਤੀ, ਉਹ ਬਿਨਾਂ ਕਿਸੇ ਸੁੱਧੀ ਤੋਂ ਹੀ ਐਵੇਂ ਉਮਰ ਲੰਘ ਜਾਂਦੀ ਬੰਦੇ ਦੀ। ਬੱਚਾ ਜੀ ਛੋਟਾ, ਹਲੇ ਛੋਟਾ ਜੀ, ਨਿਆਣਾ ਜੀ ਕਰਕੇ 18-20 ਸਾਲ ਤੱਕ ਤਾਂ ਨਿਆਣਾ ਹੀ ਰਹਿੰਦਾ। ਭਇਓ ਤਰਨ ਤਰਨੀ ਤਵ ਜੀਤਾ, 20 ਵਰਸ ਬਾਲਪਨ ਬੀਤੇ ਹੋ ਗਿਆ। ਫਿਰ ਜਦੋਂ ਜਵਾਨ ਹੋਇਆ ਵਿਆਹ ਕਰ ਦਿੱਤਾ। ਭਇਓ ਤਰਨੀ ਤਬ ਜੀਤਾ, ਉਸ ਵਕਤ ਫਿਰ ਵਿਆਹ ਹੋਣ ਕਰਕੇ ਉਸ ਪਾਸੇ ਨੂੰ ਮੋਹ ਪੈ ਗਿਆ, ਇਸਤਰੀ ਮੋਹ ਹੋ ਗਿਆ। ਦਰਬ ਕਮਾ ਮਨ ਚਿੰਤਾ ਚੀਤਾ, ਫਿਰ ਪੈਸੇ ਕਮਾਉਣ ਦੀ ਚਿੱਤ ਵਿੱਚ ਚਿੰਤਾ ਲੱਗ ਗਈ। ਜਰਾ ਗ੍ਰਸਤ ਵਹਰੋ ਭਾ ਪ੍ਰਾਨੀ, ਫਿਰ ਕਿਉਂਕਿ ਬੁਢੇਪੇ ਨੇ ਇਹਨੂੰ ਗ੍ਰਸ ਲਿਆ। ਹੌਲੀ ਹੌਲੀ ਪਲਕ ਝਪਕਦੀਆਂ ਹੀ ਦਿਨ ਲੰਘ ਜਾਂਦੇ ਨੇ। ਸੋ ਬਸ ਕੱਲ ਦੀਆਂ ਗੱਲਾਂ ਸੀ ਕਿ ਜਵਾਨੀ ਹੁੰਦੀ ਸੀ, ਬਚਪਨ ਹੁੰਦਾ ਸੀ, ਗਿਆ। ਐਂ ਲੱਗਦਾ ਵੀ ਆਹ ਦਿਨਾਂ ਦੀਆਂ ਗੱਲਾਂ, ਬਸ ਪਲਕ ਝਪਕਦੀ ਹੀ ਜਵਾਨੀ ਤੇ ਲੰਘ ਕੇ ਬੁਢੇਪਾ ਆ ਗਿਆ। ਇੰਦਰੀ ਸਥਲਾ ਸੁਮਤ ਵਿਕੋਲਾਨੀ, ਹੁਣ ਜਿਹੜੀਆਂ ਇੰਦਰੀਆਂ ਸੀ ਸਰੀਰ ਦੀਆਂ ਸਾਰੀਆਂ, ਚਰਨ ਰਹੇ ਕਰ ਢਰਕ ਪਰੇ ਹੈ, ਮੁਖੋਂ ਨਾ ਨਿਕਸੈ ਬਾਤਾ। ਪੈਰ ਰਹਿ ਜਾਂਦੇ ਨੇ, ਸਿਰ ਕੰਪਿਓ ਪੱਗ ਡਗਮਗੈ, ਨੈਣ ਜੋਤ ਤੇ ਹੀਨ। ਕਹੋ ਨਾਨਕ ਇਹ ਵਿਦ ਭਈ, ਤਉ ਨ ਹਰ ਰਸ ਲਈ। ਨੈਨੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁੱਧਵਾਨੀ। ਰੂਧਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੈ ਪ੍ਰਾਨੀ। ਕਹਿੰਦੇ ਉਮਰ ਲੰਘਦੀ ਤੁਰੀ ਜਾਂਦੀ ਹੈ, ਇਹਨੇ ਦੇਰ ਨਹੀਂ ਲਾਉਣੀ ਬਹੁਤੀ। ਕਿਉਂ ਨਹੀਂ ਗਿਣਨੇ ਵੀ ਬਹੁਤ ਸਾਲ ਰਹਿੰਦੇ ਨੇ, ਪਤਾ ਨਹੀਂ ਲੱਗਦਾ। ਉਮਰ ਲੰਘਦਿਆਂ ਇੱਕਦਮ ਹੀ ਪਤਾ ਲੱਗਦਾ ਸਮਾਂ ਸਾਰਾ ਹੀ ਬੇਕਾਰ ਚਲਿਆ ਗਿਆ। ਗ੍ਰਹਿ ਸਕਤ ਮਹਿ ਮੋਹ ਵਿਸਾਲਾ, ਇੰਦਰੀਆਂ ਦੀ ਕਮਜ਼ੋਰੀ ਹੋ ਗਈ, ਅੱਖਾਂ ਕੰਨ ਸਭ ਸੁਣਿਆ ਵੀ ਨਹੀਂ ਜਾਂਦਾ। ਸਪਤ ਪਾਤਾਲ ਕੀ ਬਾਣੀ, ਪਿੱਛੇ ਕਥਾ 'ਚ ਆਇਆ ਸੀ, ਸਿਰੀ ਰਾਗ ਦੀ ਭਗਤ ਬਾਣੀ, ਤਰਲੋਚਨ ਜੀ ਦਾ ਸ਼ਬਦ ਸੀ, ਸਪਤ ਪਾਤਾਲ ਕੀ ਬਾਣੀ। ਕਹਿੰਦੇ ਜਦੋਂ ਬੋਲਦਾ 90 ਸਾਲ ਦਾ, ਫਿਰ ਕੰਨ ਲਾ ਕੇ ਹੀ ਸੁਣਨਾ ਪੈਂਦਾ, ਜਿਵੇਂ 7ਵੇਂ ਪਾਤਾਲ 'ਚ ਬੋਲਦਾ। ਆਵਾਜ਼ ਨਹੀਂ ਨਿਕਲਦੀ ਮੂੰਹ ਦੇ ਵਿੱਚੋਂ। ਇੰਦਰੀਆਂ ਜਿਹੜੀਆਂ ਨੇ, ਸਾਰਾ ਸਰੀਰ ਹੈ ਉਹ ਢਿੱਲਾ ਪੈ ਜਾਂਦਾ। ਇਸ ਤਰ੍ਹਾਂ ਇਹਦੇ ਅੰਦਰ ਗ੍ਰਹਿ ਸ਼ਕਤ ਮੈਂ ਮੋਹ ਵਿਸਾਲਾ, ਘਰ ਦੇ ਅੰਦਰ ਫਿਰ ਇਹਦੇ ਘਰ ਦੇ ਮੋਹ ਵਿੱਚ ਬਹੁਤਾ ਜ਼ਿਆਦਾ ਜਿਹੜਾ ਫਸ ਜਾਂਦਾ, ਇੰਨਾ ਮੋਹ ਪੈਦਾ ਹੋ ਜਾਂਦਾ ਕਿ ਮੋਹ ਹੀ ਖਿੱਚ ਪਾਈ ਜਾਂਦਾ ਹੈ। ਪੋਖਨ ਕੁਟੰਬ ਬਤਾਇਓ ਕਾਲਾ, ਹੁਣ ਪਰਿਵਾਰ ਨੂੰ ਪਾਲਣ ਵਿੱਚ ਹੀ ਸਾਰਾ ਸਮਾਂ ਲੰਘ ਗਿਆ। ਕਦੇ ਨਹੀਂ ਸਿਮਰਨ ਕਰਦਾ ਬਹਿ ਕੇ, ਐਵੇਂ 1-2 ਮਿੰਟ ਅੱਖਾਂ ਜਿਹੀਆਂ ਬੰਦ ਕੀਤੀਆਂ, 5 ਮਿੰਟ, ਇਹ ਕੋਈ ਸਿਮਰਨ ਨਹੀਂ ਹੈ। ਮਹਾਰਾਜ ਕਹਿੰਦੇ ਨੇ ਸਮਾਂ ਇਹੀ ਸੱਚਖੰਡ 'ਚ ਪ੍ਰਵਾਨ ਹੁੰਦਾ। ਬਹੁਤ ਕੁਝ ਦੱਸਦੇ ਆ, ਸੋਝੀ ਵੀ ਪਾਉਂਦੇ ਆ। ਜਿੰਨੀ ਹੁਣ ਕਥਾ ਹੁੰਦੀ ਹੈ ਇਹਨੂੰ ਸਾਰੇ ਸੱਚਖੰਡ ਵਾਲੇ ਸੁਣ ਲੈਂਦੇ ਨੇ, ਆ ਵੀ ਜਾਂਦੇ ਨੇ, ਪਰ ਜਿਹੜੀਆਂ ਆਪਾਂ ਗੱਲਾਂ ਬੋਲਦੇ ਹਾਂ ਉਹ ਵੀ ਸਾਰੀਆਂ ਉਹ ਸੁਣ ਲੈਂਦੇ ਨੇ। ਜਿੱਥੇ ਕੋਈ ਵਾਹਿਗੁਰੂ ਕਹਿੰਦਾ ਜਾਂ ਸਿਮਰਨ ਹੁੰਦਾ ਉਹ ਸਾਰਾ ਉਹਨਾਂ ਨੂੰ ਪਤਾ ਹੁੰਦਾ, ਪਰ ਆਪਾਂ ਨੂੰ ਨਹੀਂ ਦਿਖਦੇ ਉਹ। ਮਹਾਰਾਜ ਕਹਿੰਦੇ ਉਹ ਵੇਖਿਆ ਉਹਨਾਂ ਨਦਰ ਨਾ ਆਵੇ, ਬਹੁਤ ਆਇਓ ਵਡਾਣ। ਇਹ ਜਿੰਨੀ ਵੀ ਆਪਣੀ ਨਾਲ ਹੀ ਸਾਰੀ ਕਥਾ ਕੀਰਤਨ ਵਿੱਚ ਹਾਜ਼ਰੀ ਹੁੰਦੀ ਹੈ, ਇਹ ਓਨੀ ਹਾਜ਼ਰੀ ਸੱਚਖੰਡ 'ਚ ਹੁੰਦੀ ਨਾਲ ਹੀ। ਇਹੀ ਘੰਟਿਆਂ ਦਾ ਫਲ ਉੱਥੇ ਉਹਨਾਂ ਨੂੰ ਦੇਣਾ ਹੁੰਦਾ। ਇੰਨਾ ਚਿਰ ਸਤਸੰਗਤ ਵਿੱਚ ਬੈਠਾ ਸੀ। ਬਾਕੀ ਜੇ ਕੋਈ ਆਪਣੇ ਕੰਮਾਂ ਕਾਰਾਂ 'ਚ ਉਹ ਸਮਾਂ ਨਹੀਂ ਉਹ ਗਿਣਦੇ, ਉਹ ਤੇ ਮਾਇਆ ਦੇ ਕਮਾਉਣ ਲਈ ਸੀ। ਹਾਂ, ਦਸਵੰਧ ਤਾਈਓ ਕਢਾਈਦਾ ਕਿ 10ਵਾਂ ਹਿੱਸਾ ਕੱਢੀ ਜਾਓ, ਤਾਂ ਕਿ 10ਵੇਂ ਹਿੱਸੇ ਨਾਲ ਕੁਛ ਸਾਡੀ ਉਸ ਪਾਸਿਓਂ ਬਚਤ ਹੋ ਜਾਂਦੀ ਹੈ ਕਿ ਇਹਨੇ ਭਲੇ ਦਾ ਕੰਮ ਵੀ ਕੀਤਾ। ਔਰ 2.5 ਘੰਟੇ ਸਿਮਰਨ ਦਾ ਦਸਵੰਧ, ਗੁਰੂ ਘਰ ਵਿੱਚ ਬੈਠਣਾ,
ਗੁਰੂ ਗ੍ਰੰਥ ਸਾਹਿਬ ਦੀ ਸੇਵਾ, ਸੰਗਤ ਦੀ ਸੇਵਾ ਕਰਨੀ, ਇਸ ਤਰ੍ਹਾਂ ਜਨਮ ਨੂੰ ਸਫਲਾ ਕਰੇ। ਰਾਜ ਸਨੇਹ ਪਰਿਵਾਰ ਬੰਧਾਨਾ। ਇਸ ਤਰ੍ਹਾਂ ਇਹ ਜਿਹੜਾ ਪਰਿਵਾਰ ਦੇ ਮੋਹ ਦੇ ਵਿੱਚ ਆ ਕੇ, ਪਰਿਵਾਰ ਦੇ ਮੋਹ ਰੂਪੀ ਜਿਹੜੇ ਰੱਜੂ ਰੱਸੀ ਹੈ, ਰੱਸੀ ਵਿੱਚ ਫਸ ਗਿਆ ਵਿਚਾਰਾ, ਰੱਸੀਆਂ ਪੈ ਗਈਆਂ, ਪਰਿਵਾਰ ਵੱਲ ਨੂੰ ਤੁਣ ਕੇ ਵੱਜਦੇ ਰਹਿੰਦੇ ਹਰ ਵਕਤ, ਮੈਂ ਉੱਥੇ ਜਾਣਾ ਹੈ, ਉੱਥੇ ਜਾਣਾ ਹੈ। ਮਨ ਦੇ ਅੰਦਰ ਮੋਹ ਦਾ ਜਿਹੜਾ ਹੈ ਨਾ, ਬਹੁਤ ਵੱਡਾ ਜੰਜਾਲ ਪੈ ਗਿਆ। ਜਦੋਂ ਸਰੀਰ ਛੱਡਣ ਦਾ ਵਕਤ ਆਇਆ, ਉਦੋਂ ਪਛਤਾਉਂਦਾ ਕਿ ਮੈਂ ਕੁਝ ਕਮਾ ਕਿਉਂ ਨਾ ਲਿਆ, ਕਿਉਂਕਿ ਅੱਗੇ ਦਿਖਦਾ ਹੈ ਹੁਣ। ਸੋ ਰਾਤ ਨੂੰ ਜੇ ਕਿਸੇ ਨੂੰ 12 ਵਜੇ ਕਹੀਏ ਕਿ ਉਹ ਸਾਹਮਣੇ ਦੇਖ ਪਹਾੜ, ਉਹ ਕਹਿੰਦਾ ਕਿੱਥੇ, ਕਿਉਂਕਿ ਅੱਧੀ ਰਾਤ ਨੂੰ ਬਹੁਤੀਆਂ ਚੀਜ਼ਾਂ ਦਿਖਦੀਆਂ ਨਹੀਂ ਹਨ, ਪਰ ਜਦੋਂ ਦਿਨ ਚੜ੍ਹ ਜਾਂਦਾ ਤਾਂ ਬਹੁਤ ਕੁਝ ਦਿਖਣ ਲੱਗ ਜਾਂਦਾ। ਇਸੇ ਤਰ੍ਹਾਂ ਜਦੋਂ ਜਵਾਨੀ ਵਿੱਚ ਤਾਂ ਅਗਿਆਨਤਾ ਦੇ ਹਨੇਰੇ 'ਚ ਹੀ ਹੁੰਦਾ। ਜੇ ਕਹੀਏ ਜਮਦੂਤ ਨੇ, ਨਰਕ ਹੈ, ਸਵਰਗ ਹੈ, ਕਹਿੰਦਾ ਗੱਲਾਂ ਹੀ ਬਣਾਈਆਂ ਹੋਈਆਂ ਨੇ। ਫਿਰ ਜਦੋਂ ਸਰੀਰ ਡਿੱਗਣਾ ਸ਼ੁਰੂ ਹੁੰਦਾ, 50 ਸਾਲ ਤੋਂ ਬਾਅਦ ਉਲਟੀ ਗਿਣਤੀ ਸ਼ੁਰੂ ਹੋ ਜਾਂਦੀ ਬੰਦੇ ਦੀ। ਬਸ ਹੁਣ 50 ਤੋਂ ਬਾਅਦ ਜਦੋਂ ਸ਼ੁਰੂ ਹੋਇਆ ਕੰਮ ਉਲਟੀ ਗਿਣਤੀ ਦਾ, 60 ਤੱਕ, 70 ਤੱਕ, ਫਿਰ ਗਾਹਾਂ ਜਦੋਂ ਪੂਰੇ ਚਿੱਟੇ ਵਾਲ ਆ ਜਾਂਦੇ ਨੇ, ਫਿਰ ਉਹ ਗਾਹੜਲਾ ਪਾਸਾ ਜਾਂ ਮਾੜਾ ਮਾੜਾ ਦਿਖਣ ਲੱਗ ਜਾਂਦਾ। ਬਿਮਾਰੀਆਂ ਘੇਰ ਲੈਂਦੀਆਂ ਇਨਸਾਨ ਨੂੰ। ਉਸ ਵਕਤ ਫਿਰ ਕੁਛ ਨਜ਼ਰ ਆਉਂਦਾ ਕਿ ਹੁਣ ਸਮਾਂ ਆ ਗਿਆ ਮਿੱਤਰਾ ਤੇਰਾ। ਉਸ ਵਕਤ ਸੋਚਦਾ ਹੈ ਕਿ ਗੱਲ ਤਾਂ ਕੁਛ ਹੈ ਸਹੀ ਐਸੀ ਹੋਈ, ਪਰ ਮਹਾਰਾਜ ਕਹਿੰਦੇ ਨੇ ਮੋਹ ਵਿੱਚ ਐਸਾ ਫਸਿਆ ਹੋਇਆ ਕਿ ਬੰਦਗੀ ਨਹੀਂ ਕਰਦਾ, ਸਿਮਰਨ ਨਹੀਂ ਕਰਦਾ। ਜਿਸ ਪਾਸੇ ਲਈ ਲਾਇਆ ਸੀ, ਜਿਸ ਕੰਮ ਲਈ ਮਨੁੱਖਾ ਜਨਮ ਦਿੱਤਾ ਸੀ, ਉਹਦਾ ਤਿਆਗ ਹੀ ਕਰ ਦਿੰਦਾ ਹੈ। ਛੁਟਨੋ ਕਠਨ ਬਿਨਾ ਗੁਰ ਗਿਆਨਾ। ਹੁਣ ਛੁੱਟਣਾ ਕਿਵੇਂ ਹੈ? ਗੁਰੂ ਦਾ ਗਿਆਨ ਤਾਂ ਲਿਆ ਹੀ ਨਹੀਂ। ਗੁਰੂ ਸਾਹਿਬ ਨੇ ਇਹਨੂੰ ਗਿਆਨ ਹੀ ਦੇਣਾ ਸੀ। ਆਪਾਂ ਅੱਜ ਦੇ ਯੁੱਗ ਵਿੱਚ ਗੱਲ ਕਰ ਲਈਏ, ਗਿਆਨ ਹੈ ਗੁਰੂ ਦਾ, ਤੇ ਗਿਆਨ ਨਾਲ ਸਭ ਕੁਝ ਹੋ ਜਾਂਦਾ। ਗੁਰੂ ਸਾਹਿਬ ਗਿਆਨ ਦਿੰਦੇ ਨੇ। ਕਿਸੇ ਅਨਪੜ੍ਹ ਬੰਦੇ ਕੋਲੇ ਅੱਜ ਦੇ ਯੁੱਗ 'ਚ ਲਾ ਲਓ, ਮੋਬਾਈਲ ਹੀ ਸਾਰਿਆਂ ਕੋਲੇ ਆ। ਆਮ ਤੌਰ 'ਤੇ ਇੰਡੀਆ 'ਚ ਦੇਖਿਆ, ਮੋਬਾਈਲ ਤਾਂ ਲੈ ਲੈਣਗੇ, ਕਹਿੰਦੇ ਆ ਕਾਕਾ ਮੋਬਾਈਲ ਮਿਲਾਈ, ਤਾਂ ਮੈਨੂੰ ਤਾਂ ਪਤਾ ਨਹੀਂ ਕਿਵੇਂ ਮਿਲਾਉਣਾ। ਉਹਨੂੰ ਮਿਲਾਉਣ ਦਾ ਵੀ ਨਹੀਂ ਪਤਾ ਹੁੰਦਾ, ਪਰ ਇਹ ਯਕੀਨੀ ਜ਼ਰੂਰ ਲਾ ਲਈ, ਮੋਬਾਈਲ ਲੈ ਲਿਆ ਮੈਂ। ਕੰਪਿਊਟਰ ਘਰ ਲਿਆਂਦਾ ਤੇ ਕੰਪਿਊਟਰ ਦਾ ਪਤਾ ਹੀ ਨਹੀਂ ਖੋਲ੍ਹਣਾ ਕਿੱਥੋਂ, ਇਹਨੂੰ ਕੀ ਕਰਨਾ, ਕਿੱਦਾਂ ਕਰਨਾ, ਸ਼ੁਰੂ ਕਿੱਦਾਂ ਕਰਨਾ, ਨੌਲੇਜ ਹੀ ਨਹੀਂ ਹੈਗੀ। ਜਦ ਤੱਕ ਸਾਨੂੰ ਕਿਸੇ ਚੀਜ਼ ਦੀ ਨੌਲੇਜ ਹੀ ਨਹੀਂ ਹੈਗੀ, ਉਦੋਂ ਤੱਕ ਆਪਾਂ ਉਹ ਚੀਜ਼ ਦਾ ਸਹੀ ਗਿਆਨ ਨਹੀਂ ਲੈ ਸਕਦੇ। ਸਾਡੇ ਸਰੀਰ ਅੰਦਰ 7 ਚੱਕਰ ਨੇ, ਅਸੀਂ ਇਹਨੂੰ ਐਕਟੀਵੇਟ ਨਹੀਂ ਕਰ ਸਕੇ ਹੁਣ ਤੱਕ। ਇਹਨਾਂ ਚੱਕਰਾਂ ਤੋਂ ਹੀ ਕੰਮ ਸਾਰਾ ਚੱਲਣਾ। ਸਿਮਰਨ ਦੀ ਬੰਦਗੀ ਨਾਲ ਇਹ ਚੱਕਰ ਹੀ ਖੁੱਲ੍ਹਣੇ ਆ। ਜਿਹਦੇ ਚੱਕਰੇ ਖੁੱਲ੍ਹ ਜਾਂਦੇ ਨੇ, ਬਸ ਉਹਦੇ ਵਾਰੇ ਨਿਆਰੇ ਹੋ ਜਾਂਦੇ, ਉਹਨੂੰ ਸਾਰਾ ਕੁਝ ਦਿਖਣ ਲੱਗ ਜਾਂਦਾ। ਅੱਖਾਂ 'ਚ ਜੋਤ ਆ ਜਾਂਦੀ ਆ, ਦਿਖਣ ਲੱਗ ਪੈਂਦਾ। ਸੋ ਸਾਰਾ ਬ੍ਰਹਿਮੰਡ ਹੀ ਦਿਖਦਾ ਹੈ ਪ੍ਰਕਾਸ਼ਮਈ, ਉਹਦੇ ਉੱਤੇ ਕਿਰਪਾ ਹੋ ਜਾਂਦੀ ਹੈ। ਪਰ ਜਦੋਂ ਤੱਕ ਅਸੀਂ ਉਹ ਕੰਮ ਨਹੀਂ ਕਰਦੇ, ਮਿਹਨਤ ਨਹੀਂ ਕਰਦੇ, ਅਭਿਆਸ ਨਹੀਂ ਕਰਦੇ, ਐਵੇਂ ਹੀ ਸਾਰੀ ਜ਼ਿੰਦਗੀ ਅਸੀਂ ਜਿਵੇਂ ਕਹਿ ਲਓ ਹਨੇਰੇ 'ਚ ਟੱਕਰਾਂ, ਜਾਂ ਕਹਿ ਲਓ ਸਾਰੀ ਜ਼ਿੰਦਗੀ ਚਿੱਕੜ ਵਿੱਚ ਹੀ ਪੈਰ ਫਸੇ ਰਹੇ। ਪੰਖ ਜੋ ਮੋਹ ਪੱਗ ਨਹੀਂ ਚੱਲੈ, ਹਮ ਦੇਖਾ ਤਹਿ ਡੂਬੀ ਅਲੇ। ਮਹਾਰਾਜ ਕਹਿੰਦੇ ਉਹ ਮੋਹ ਰੂਪੀ ਚਿੱਕੜ ਵਿੱਚ ਇਹੋ ਜਿਹੇ ਪੈਰ ਫਸੇ ਨੇ, ਬਸ ਐਂ ਹੀ ਖੁਸ਼ ਰਹਿੰਦਾ। ਅੱਜ ਅਸੀਂ ਆਹ ਚੀਜ਼ ਲਿਆਂਦੀ ਹੈ, ਅੱਜ ਆਹ ਲਿਆਂਦਾ, ਅੱਜ ਮੈਂ ਆਹ ਕੱਪੜੇ ਪਾਏ ਨੇ, ਅੱਜ ਅਸੀਂ ਆਹ ਖਾਧਾ ਹੈ, ਇੱਥੇ ਹੀ ਖੁਸ਼ ਰਹਿੰਦਾ। ਬਸ ਇਦੋਂ ਜ਼ਿਆਦਾ ਵੱਧਦਾ ਹੀ ਨਹੀਂ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਤਾਂ ਸਰੀਰਕ ਹੋ ਗਿਆ ਨਾ, ਆਤਮਿਕ ਸੁੱਖ ਨਹੀਂ ਮਾਣਿਆ, ਆਤਮਿਕ ਆਨੰਦ ਨਹੀਂ ਲਿਆ ਕਦੇ। ਅੰਦਰ ਜੋ ਨਾਮ ਦਾ ਰਸ ਦਿੱਤਾ ਸੀ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਉਹਦੀ ਤਾਂ ਖੋਜ ਹੀ ਨਹੀਂ ਕੀਤੀ। ਅੰਦਰ ਜਿਹੜੀ ਜੋਤ ਸੀ, ਸਵੇਰੇ ਦੀ ਕਥਾ 'ਚ ਆਇਆ ਸੀ, ਮਹਾਰਾਜ ਨੇ ਬੜਾ ਸੋਹਣਾ ਅਤੀ ਸੁੰਦਰ ਉਪਦੇਸ਼ ਦਿੱਤਾ ਸੀ ਸਵੇਰੇ। ਸੋ ਗੌੜੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਨੇ ਕਿ ਬਈ ਸੂਰਜ ਵਿੱਚ ਉਹਦੀ ਜੋਤ ਹੈ, ਚੰਦਰਮਾ 'ਚ ਵੀ ਉਹ ਬੈਠਾ, ਤਾਰਿਆਂ ਵਿੱਚ, ਪਸ਼ੂਆਂ ਵਿੱਚ, ਪੰਛੀਆਂ ਵਿੱਚ, ਦਰਖਤਾਂ ਵਿੱਚ, ਬੰਦਿਆਂ ਵਿੱਚ, ਹਰ ਜਗ੍ਹਾ ਤੇ ਪ੍ਰਮਾਤਮਾ ਦੀ ਜੋਤ ਹੈ। ਤੇ ਉਹ ਸਾਡੇ ਅੰਦਰ ਵੀ ਹੈ, ਸਾਡੇ ਹਿਰਦੇ ਵਿੱਚ ਵੀ ਹੈ। ਅਸੀਂ ਉਸ ਜੋਤ ਤੱਕ ਨਹੀਂ ਜਾ ਸਕੇ। ਜਦ ਤੱਕ ਉਹ ਜੋਤ ਤੱਕ ਨਹੀਂ ਜਾਂਦੇ, ਉਦੋਂ ਤੱਕ ਸਾਨੂੰ ਪ੍ਰਕਾਸ਼ ਨਹੀਂ ਹੋ ਸਕਦਾ। ਜਦ ਤੱਕ ਪ੍ਰਕਾਸ਼ ਨਹੀਂ ਹੁੰਦਾ, ਉਦੋਂ ਤੱਕ ਕਲਿਆਣ ਨਹੀਂ ਹੋਣੀ। ਤੇ ਇਹ ਜੇ ਹੁਣ ਨਾ ਪ੍ਰਕਾਸ਼ ਹੋਇਆ, ਫਿਰ ਜਨਮ, ਫਿਰ ਨਾ ਪ੍ਰਕਾਸ਼ ਹੋਇਆ, ਫਿਰ ਜਨਮ। ਘੱਟੋ ਘੱਟ ਇੱਥੇ ਤੱਕ ਤਾਂ ਡਿੱਗ ਪਓ, 33% ਨੰਬਰ ਲੈ ਕੇ ਨਿਆਣਾ ਪਾਸ ਤਾਂ ਹੋ ਜਾਏ, ਅਗਲੀ ਕਲਾਸ ਤਾਂ ਮਿਲ ਜੇ ਉਹਨੂੰ। ਇੰਨਾ ਕੁ ਨੰਬਰ ਲੈ ਜਾਵੇ, ਅਗਲਾ ਜਨਮ ਮਨੁੱਖਾ ਮਿਲ ਜੇ, ਸ਼ਾਇਦ ਅਗਲੇ ਜਨਮ 'ਚ ਹੋ ਜਾਏ ਮਿਹਨਤ।
ਇੰਨਾ ਵੀ ਆਪਾਂ ਨਹੀਂ ਪ੍ਰਵਾਨ ਕਰ ਰਹੇ ਵੀ ਅਸੀਂ ਆਹ ਜਿਹੜਾ ਜਨਮ ਮਿਲਿਆ ਹੋਇਆ ਇਹਦੇ 'ਚ ਰਹਿ ਕੇ ਘੱਟੋ ਘੱਟ ਅਗਲਾ ਜਨਮ ਮਨੁੱਖਾ ਹੀ ਮਿਲ ਜੇ ਜੂਨੀਆਂ 'ਚ ਪਾਤਾ ਕੀ ਹਾਲ ਹੋਊਗਾ। ਬਹੁਤ ਭੈੜੀ ਦਸ਼ਾ ਹੁੰਦੀ ਇਨਸਾਨ ਦੀ। ਇਸ ਕਰਕੇ ਉਹ ਸੋਝੀ ਪ੍ਰਹਿਲਾਦ ਜੀ ਬੱਚਿਆਂ ਨੂੰ ਪਾ ਰਹੇ ਨੇ। ਪ੍ਰਭ ਕਰੁਣਾ ਤੇ ਹੋਏ ਵਿਰਾਗਾ। ਵਾਹਿਗੁਰੂ ਦੀ ਕਿਰਪਾ ਨਾਲ ਬੰਦੇ ਨੂੰ ਫਿਰ ਨਾਮ ਵੈਰਾਗ ਜਦੋਂ ਹੋ ਜਾਂਦਾ, ਗੁਰੂ ਜਦੋਂ ਗਿਆਨ ਦਿੰਦੇ ਨੇ, ਭਾਗਾਂ ਤੋਂ ਬਿਨਾਂ ਤਾਂ ਗੁਰੂ ਵੀ ਨਹੀਂ ਮਿਲਦੇ। ਸ੍ਰੀ ਸੁਖਮਨੀ ਸਾਹਿਬ ਦਾ ਬਹੁਤ ਵਧੀਆ ਉਪਦੇਸ਼ ਹੈ। ਜਿਨ੍ਹਾਂ ਨੇ ਸ੍ਰੀ ਸੁਖਮਨੀ ਸਾਹਿਬ ਦੀ ਕਥਾ ਨਹੀਂ ਸੁਣੀ ਉਹ ਜ਼ਰੂਰ ਸੁਣੋ। ਸ੍ਰੀ ਸੁਖਮਨੀ ਸਾਹਿਬ ਦੀ ਕਥਾ ਜਿਹੜੀ ਭਰ ਕੇ ਵੰਡੀ ਹੈ ਸੰਗਤਾਂ 'ਚ, ਫੇਰ ਵੀ ਦੁਬਾਰਾ ਇਤਨਾ ਗਿਆਨ ਹੈ। ਸ੍ਰੀ ਸੁਖਮਨੀ ਸਾਹਿਬ ਜੀ ਨੇ ਸੁਣ ਲਿਆ, ਪਾਠ ਲਾ ਕੇ ਸਿਰਫ ਸੁਣੀ ਜਾਓ ਬਸ। ਸ੍ਰੀ ਸੁਖਮਨੀ ਸਾਹਿਬ ਦਾ ਅਰਥਾਂ ਦਾ ਗਿਆਨ ਜੇ ਹੋ ਜਾਏ ਤਾਂ ਫਿਰ ਕਹਿਣਾ ਹੀ ਗਿਆ। ਸੁਖਮਨੀ ਸਾਹਿਬ ਦਾ ਪਾਠ ਬੰਦੇ ਨੂੰ ਐਨ ਬਿਲਕੁਲ ਸਹੀ ਸੱਚਖੰਡ ਤੱਕ ਲੈ ਜਾਂਦਾ। ਔਰ ਮਹਾਰਾਜ ਦੀ ਕਿਰਪਾ ਨਾਲ ਇੰਨੀ ਸੇਧ ਦਿੰਦੇ ਆ ਗੁਰੂ ਅਰਜਨ ਦੇਵ ਸ਼ਹੀਦਾਂ ਦੇ ਸਰਤਾਜ। ਸੋ ਜਿਨ੍ਹਾਂ ਦਾ ਅੱਗੇ ਆਪਾਂ ਸ਼ਹੀਦੀ ਦਿਵਸ ਮਨਾ ਰਹੇ ਹਾਂ ਜੂਨ ਦੇ ਵਿੱਚ, ਨਗਰ ਕੀਰਤਨ ਵੀ ਹੋਵੇਗਾ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਆਪਣੇ ਤੇ। ਸ੍ਰੀ ਸੁਖਮਨੀ ਸਾਹਿਬ ਦਾ ਪਾਠ ਜਿਹੜਾ ਹੈ ਇਹਨੂੰ ਬੜੇ ਧਿਆਨ ਨਾਲ ਪੜ੍ਹੋ ਜਾਂ ਫਿਰ ਕੈਸ ਲਾ ਕੇ ਸੁਣੋ। ਐ ਸਮਾਧੀ ਲਾ ਕੇ ਕੋਲ ਬੈਠ ਜਾਓ, ਇੱਕ ਇੱਕ ਅੱਖਰ ਸੁਣੋ ਕਿ ਗੁਰੂ ਅਰਜਨ ਦੇਵ ਜੀ ਕੀ ਬਚਨ ਕਰਦੇ ਨੇ। ਲੋਕੀ ਕਹਿੰਦੇ ਨੇ ਫਲਾਣੇ ਸੰਤਾਂ ਕੋਲ ਗਿਆ ਸੀ, ਉੱਥੋਂ ਮੈਂ ਜੁਗਤੀ ਸਿੱਖਿਆ ਨਾਮ ਦੀ। ਜਾਂ ਮਹਾਤਮਾ ਕੋਲ ਜੁਗਤੀ ਆਈ ਕਿੱਥੋਂ ਹੈ? ਉਹਨੇ ਸਿਰਫ ਸੁਖਮਨੀ ਸਾਹਿਬ ਹੀ ਸੁਣਿਆ, ਉਹਨੇ ਉੱਥੋਂ ਜੁਗਤੀਆਂ ਇਕੱਠੀਆਂ ਕਰ ਲਈਆਂ, ਉਹਨੇ ਵੰਡ ਦਿੱਤੀਆਂ ਨੇ। ਆਪਾਂ ਸਿੱਧਾ ਸੁਖਮਨੀ ਸਾਹਿਬ ਜੇ ਸੁਣੀ ਜਾਈਏ ਤਾਂ ਉਹਦੇ ਵਿੱਚ ਬੜੀ ਕਿਰਪਾ ਹੁੰਦੀ ਹੈ। ਇੰਨੀ ਕੁ ਬਖਸ਼ਿਸ਼ ਹੈ ਬਈ ਬੰਦੇ ਨੂੰ ਸੁਖਮਨੀ ਸਾਹਿਬ ਦੇ 'ਚ ਆਨੰਦ ਆ ਜਾਂਦਾ। ਤੇ ਸੁਖਮਨੀ ਸਾਹਿਬ ਦੀ ਬਾਣੀ ਜ਼ਰੂਰ ਸੁਣੋ ਜੀ। ਸਾਨੂੰ ਕੰਮ ਹੈ, ਬਿਜ਼ੀ ਹੈ, ਗੱਡੀ 'ਚ ਜਾਂਦੇ ਲਾਓ, ਕੰਮ ਤੇ ਜਾਣ ਨੂੰ ਅੱਧਾ ਘੰਟਾ ਲੱਗਦਾ। ਸੁਖਮਨੀ ਸਾਹਿਬ ਦਾ ਅੱਧਾ ਪਾਠ ਸੁਣ ਲਓ, ਫਿਰ ਆਉਂਦੇ ਫਿਰ ਸੁਣ ਲਓ। ਸੁਖਮਨੀ ਸਾਹਿਬ ਦੀ ਕਥਾ 30-35 ਘੰਟੇ ਦੀ ਬਣਾਈ ਹੋਈ MP3 ਆਪਣੀ, ਉਹਨੂੰ ਸੁਣੋ ਪਹਿਲਾਂ, ਅਰਥਾਂ ਦੇ ਵਿੱਚ ਧਿਆਨ ਦਿਓ। ਫਿਰ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਕਿਸੇ ਪਾਸੇ ਜਾਣ ਦੀ ਲੋੜ ਹੀ ਨਹੀਂ ਪੈਂਦੀ। ਰਹਿ ਰਾਸ ਵਿੱਚ ਇੰਨਾ ਆਨੰਦ ਹੈ, ਸੋਹਲੇ ਦੇ ਪਾਠ ਵਿੱਚ ਇੰਨਾ ਆਨੰਦ ਹੈ। ਗੁਰਬਾਣੀ ਨੂੰ ਕਿਤੋਂ ਵੀ ਟੱਚ ਕਰ ਲਓ, ਆਨੰਦ ਹੀ ਆਨੰਦ ਹੈ। ਸਾਰੀ ਬਾਣੀ 'ਚ ਆਨੰਦ। ਦਸਵੇਂ ਪਾਤਸ਼ਾਹ ਦੀ ਜਿਨ੍ਹਾਂ ਦੀ ਕਿਰਪਾ ਨਾ, ਉਹਨਾਂ ਨੂੰ ਪਤਾ ਕਿ ਦਸਵੇਂ ਪਾਤਸ਼ਾਹ ਦੀ ਬਾਣੀ ਵਿੱਚ ਕਿੰਨਾ ਆਨੰਦ ਹੀ ਆਨੰਦ ਹੈ। ਜਦੋਂ ਮਨ ਵਿੱਚ ਪਿਆਰ ਹੁੰਦਾ ਤਾਂ ਆਨੰਦ ਵੀ ਹੁੰਦਾ। ਸਵੇਰ ਦੀ ਕਥਾ ਵਿੱਚ ਮਹਾਰਾਜ ਨੇ ਬਚਨ ਸਮਝਾਇਆ ਸੀ ਕਿ ਜੇ ਮਨੁੱਖ ਦਾ ਮਨ ਨਾ ਕਰੇ ਭਜਨ ਬੰਦਗੀ ਨੂੰ, 100 ਬਹਾਨੇ ਲਾਉਂਦਾ, ਇਹ ਆਹ ਨਹੀਂ ਠੀਕ, ਇਹਦੇ 'ਚ ਐ ਨਹੀਂ ਠੀਕ। ਤੇ ਜਦੋਂ ਕੋਈ ਪੁੱਠਾ ਕੰਮ ਕਰਨਾ ਹੁੰਦਾ ਉਦੋਂ ਕੋਈ ਬਹਾਨਾ ਨਹੀਂ ਕੱਢਦਾ। ਇਸ ਕਰਕੇ ਬਹਾਨਾ ਉੱਥੇ ਹੁੰਦਾ, ਸ਼ੰਕਾ ਉੱਥੇ ਹੁੰਦਾ, ਕਿੰਤੂ ਪ੍ਰੰਤੂ ਉੱਥੇ ਹੁੰਦਾ ਜਦੋਂ ਆਪਾਂ ਕਰਨਾ ਨਾ ਹੋਵੇ। ਫਿਰ ਨਿਕਲਣ ਦਾ ਇਹੋ ਜਿਹਾ ਢੰਗ ਬਣਾ ਲਈਦਾ, ਲਓ ਜੀ ਇਹ ਭਈ ਜਿਵੇਂ ਕਿਸੇ ਦੁਕਾਨਦਾਰ ਤੋਂ ਕੱਪੜਾ ਲੈਣ ਗਿਆ ਨੇ, ਖਹਿੜਾ ਛਡਾਉਣਾ ਹੁੰਦਾ, ਨਹੀਂ ਉਹ ਰੰਗ ਨਹੀਂ ਤੇਰੇ ਕੋਲੇ, ਇੰਨਾ ਕਹਿ ਕੇ ਬੰਦਾ ਖਹਿੜਾ ਛੁਡਾ ਕੇ ਬਾਹਰ ਨਿਕਲ ਆਉਂਦਾ। ਦੁਕਾਨਦਾਰ ਵੀ ਮੂੰਹ ਵੱਲ ਦੇਖਦਾ ਵੀ 500 ਰੰਗ ਦਿਖਾਤਾ, ਪਤਾ ਨਹੀਂ ਕਿਹੜਾ ਰੰਗ ਲੱਭਦਾ ਫਿਰਦਾ ਇਹ, ਖਹਿੜਾ ਹੀ ਛਡਾਉਣਾ। ਇਸੇ ਤਰ੍ਹਾਂ ਲੋਕਾਂ ਨੇ ਗੁਰਬਾਣੀ ਤੋਂ ਖਹਿੜਾ ਛਡਾਉਣਾ, ਅੰਮ੍ਰਿਤ ਤੋਂ ਖਹਿੜਾ ਛਡਾਉਣਾ ਸਿੱਖਿਆ, ਨਿਤਨੇਮ ਤੋਂ, ਸਿਮਰਨ ਤੋਂ, ਬੰਦਗੀ ਤੋਂ, ਸਾਰੇ ਪਾਸੇ ਖਹਿੜਾ ਛਡਾਉਣਾ ਹੋਵੇ ਬਸ 100 ਬਹਾਨਾ ਘੜ ਲੈਣਾ। ਜਦੋਂ ਆਪਦੀ ਮਰਜ਼ੀ ਹੋ ਜੇ ਵੀ ਉੱਥੇ ਜਾਣਾ ਹੀ ਆ, ਫਿਰ 100 ਬਹਾਨਾ ਜਾਣ ਦਾ ਘੜ ਲੈਂਦੇ ਨੇ। ਇਹ ਸਿੱਖ, ਲਓ ਜੀ ਸਿੱਖ ਹੋ ਗਿਆ ਹੁਣ, ਕਿਉਂਕਿ ਜਾਣਾ ਹੈ। ਅੱਜ ਉੱਥੇ ਪਾਰਟੀ ਹੈ, ਸ਼ਰਾਬਾਂ ਸ਼ਰੂਬਾਂ ਪੀਣੀਆਂ ਜਾ ਕੇ, ਜਿੱਥੇ ਹੱਡੀਆਂ ਖਾਣੀਆਂ, ਹੁਣ ਉੱਥੋਂ ਲਈ ਬੰਦਾ 100 ਤਰ੍ਹਾਂ ਦੀਆਂ ਗੱਲਾਂ ਬਣਾ ਲੈਂਦਾ। ਇਸ ਕਰਕੇ ਕਹਿਣਾ ਪੈਂਦਾ, ਆਪਾਂ ਬਗਾਨਿਆਂ ਵਾਂਗੂ ਨਹੀਂ ਤੁਹਾਨੂੰ ਕਹਿੰਦੇ, ਆਪਾਂ ਆਪਣਿਆਂ ਵਾਂਗੂ ਹੀ ਕਹਿੰਦੇ ਆ ਵੀ ਆਪਾਂ ਕੀ ਬੀਜ ਰਹੇ ਹਾਂ। ਜਿਹੜਾ ਦੇਖਿਓ ਤਾਂ ਬੀਜ ਕੀ ਰਹੇ ਹਾਂ ਆਪਾਂ। ਉਹ ਜਦੋਂ ਵੱਢਣਾ ਪਿਆ, ਜਦੋਂ ਉਹਦਾ ਦਰਖਤ ਬਣਿਆ ਨਾ ਵੱਡਾ ਸਾਰਾ, ਬਹੁਤ ਔਖਾ ਹੋ ਜਾਣਾ। ਸੋ ਇਸ ਕਰਕੇ ਬਹੁਤ ਸਾਰੀਆਂ ਐਸੀਆਂ ਬਚਨ ਆ ਜਾਂਦੇ ਬਾਣੀ ਦੇ ਵਿੱਚ। ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ। ਭਗਤ ਫਰੀਦ ਜੀ ਕਹਿੰਦੇ ਜੱਟ ਕਿੱਕਰ ਦੇ ਬੀਜ ਬੀਜਦਾ ਸੀ, ਤੁਰੇ ਜਾਣ। ਫਰੀਦ ਜੀ ਕਹਿੰਦੇ ਇਹ ਕੀ ਬੀਜਦਾ? ਕਹਿੰਦੇ ਬਿਜੌਰ ਦੀਆਂ ਦਾਖਾਂ ਬੀਜਦਾ। ਉਹ ਕਹਿੰਦੇ ਕਿੱਕਰ ਦੇ ਬੀਜ ਨੇ ਇਹ। ਕੱਲ੍ਹ ਨੂੰ ਜਦੋਂ ਕਿੱਕਰ ਬਣੀ ਨਾ, ਇੱਥੇ ਕੰਡੇ ਜਿਹੜੀਆਂ ਸੂਲਾਂ ਬਣੀਆਂ, ਤਾਂ ਇਹਨੂੰ ਲੰਘਣਾ ਔਖਾ ਹੋ ਜਾਣਾ ਇੱਥੇ। ਇਸ ਕਰਕੇ ਜਿਹੜਾ ਤੁਸੀਂ ਬੀਜੋਗੇ ਉਹੀ ਖਾਓਗੇ। ਇਸ ਕਰਕੇ ਬੀਜੋ ਉਹ ਜੋ ਆਪਾਂ ਖਾਣਾ।
ਜਿਵੇਂ ਕੋਈ ਚੜ੍ਹਾਈ ਕਰਕੇ ਧਰਮਰਾਜੇ ਕੋਲ ਚਲਿਆ ਗਿਆ ਸੀ, ਜਾ ਕਰਕੇ ਉਹ ਪਟਿਆਲੇ ਦੀ ਗੱਲ, ਇਹ ਤਾਂ ਪ੍ਰਤੱਖ ਚੀਜ਼ਾਂ ਆਮ ਹੋ ਜਾਂਦੀਆਂ, ਬੰਦਾ ਕਈ ਵਾਰ ਜਿਉਂਦਾ ਹੋ ਜਾਂਦਾ। ਧਰਮਰਾਜੇ ਨੂੰ ਕਹਿੰਦਾ ਮੈਨੂੰ ਭੁੱਖ ਲੱਗੀ, ਮੈਨੂੰ ਪਹਿਲਾਂ ਕੁਝ ਖਾਣ ਤਾਂ ਦਿਓ। ਕਹਿੰਦੇ ਲਿਆ ਵੀ ਕੰਬਲ ਖੇਸ ਲਿਆ ਜਾ ਕੇ। ਕਹਿੰਦੇ ਲਓ ਜੀ ਕੰਬਲ ਖੇਸਾਂ ਢੇਰ ਲਾਤੇ। ਕਹਿੰਦੇ ਇਹ ਖਾ ਲਓ। ਧਰਮਰਾਜ ਜੀ ਕੰਬਲ ਖੇਸ ਖਾ ਇਹ ਕਿਵੇਂ ਖਾਊਂਗਾ? ਕਹਿੰਦੇ ਦਾਨ ਤਾਂ ਕੰਬਲ ਖੇਸ ਕਰਦਾ ਰਿਹਾ ਸਾਲ ਦੇ ਸਾਲ, ਕਿਸੇ ਨੂੰ ਕੰਬਲ ਦੇ ਦਾ ਖੇਸ, ਪਰ ਕਦੇ ਲੰਗਰ ਨਹੀਂ, ਕਦੇ ਰੋਟੀ ਨਹੀਂ, ਕਦੇ ਪ੍ਰਸ਼ਾਦਾ ਨਹੀਂ ਵਰਤਾਇਆ, ਕਦੇ ਉਹ ਜਿਹੜਾ ਹੁਣ ਬੈਂਕ 'ਚ ਤੂੰ ਛੱਡਿਆ 5-4 ਲੱਖ, ਉਹ ਕਿਸ ਕੰਮ ਹੈ? ਮਰ ਕੇ ਇੱਥੇ ਆ ਗਿਆ, ਉਹ ਤਾਂ ਤੇਰੇ ਨਿਆਣਿਆਂ ਨੇ ਸਾਂਭ ਲੈਣਾ। ਕਹਿੰਦੇ ਮਹਾਰਾਜ ਕਿਰਪਾ ਕਰੋ, ਸੋਝੀ ਨਹੀਂ ਸੀ। ਕਹਿੰਦੇ ਜਾ 15 ਦਿਨ ਹੋਰ ਦਿੰਦਾ ਤੈਨੂੰ, ਜਿੰਨਾ ਤੂੰ ਇੱਥੇ ਆ ਕੇ ਖਾਣਾ ਉਹਨਾਂ ਥੱਲੇ ਵਰਤਾਇਆ, ਬੀਜ ਕੇ ਆ ਪਹਿਲਾਂ ਜਾ ਕੇ। ਉਹ ਬੰਦੇ ਨੇ 15 ਦਿਨ 15 ਰਾਤਾਂ ਦੇਸੀ ਘਿਓ ਦਾ ਲੰਗਰ ਇੰਨਾ ਵਧੀਆ ਚਲਾਇਆ, ਤੇ ਨਾਲੇ ਵਰਤਾਵੇ ਤੇ ਨਾਲੇ ਆਖੇ ਇਹ ਮੈਂ ਖਾਊਂ ਉੱਥੇ ਜਾ ਕੇ, ਆਹ ਮਟਰ ਪਨੀਰ ਉੱਥੇ ਖਾਊਂ, ਆਹ ਮੈਂ ਜਲੇਬੀਆਂ ਖਾਊਂਗਾ ਉੱਥੇ ਜਾ ਕੇ। ਤੇ ਜੇ ਆਪਾਂ ਗਲਤ ਬੀਜ ਬੀਜਾਂਗੇ, ਮਤਾ ਆਖੋ ਕਿ ਕੱਲ ਨੂੰ ਸਾਨੂੰ ਚੰਗੀ ਚੀਜ਼ ਮਿਲੇਗੀ ਅੱਗੇ ਜਾ ਕੇ, ਫਿਰ ਅੱਗੇ ਨਹੀਂ ਮਿਲਣੀ ਚੀਜ਼ ਚੰਗੀ। ਇਸ ਕਰਕੇ ਹੁਣੇ ਕੋਸ਼ਿਸ਼ ਕਰੋ, ਬੈਠੇ ਕਥਾ ਵਿੱਚ ਕਥਾ ਸੁਣੋ ਤੇ ਮਨ ਦੇ ਅੰਦਰ ਬੀਜਦੇ ਜਾਓ ਵਾਹਿਗੁਰੂ ਵਾਹਿਗੁਰੂ, ਇਹ ਨਾਮ ਨੂੰ ਬੀਜਦੇ ਜਾਓ। ਮੋਹ ਕੁਟੰਬ ਹੈ ਕਰਹਿ ਤਿਆਗਾ। ਪਰਿਵਾਰ ਨੂੰ ਪਾਲਣਾ ਹੈ, ਪਰਿਵਾਰ ਦਾ ਮੋਹ ਕਰਨਾ ਨਹੀਂ। ਇਸ ਤਰ੍ਹਾਂ ਦਾ ਮੋਹ ਨਹੀਂ ਕਰਨਾ ਕਿ ਪਰਿਵਾਰ ਦਾ ਬਸ ਉੱਥੇ ਹੀ ਰੱਸੀਆਂ ਪਾ ਕੇ ਬਿਠਾ ਲਿਆ, ਬਈ ਜੀ ਹੁਣ ਪਰਿਵਾਰ ਨੇ ਬੜਾ ਮੋਹ ਕੀਤਾ ਜੀ, ਪਰਿਵਾਰ ਕਰਕੇ ਨਹੀਂ ਆ ਸਕੇ। ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ, ਤੇਰਾ ਨਾਲੇ ਸਾਥ ਤੇਰਾ ਚੱਲੈ ਨਾਹੀਂ, ਇਸ ਨਾਲ ਕਿਉਂ ਚਿੱਤ ਲਾਈ ਹੈ? ਇੰਨਾ ਨਹੀਂ ਜੁੜਨਾ ਸੀ ਜਿੰਨਾ ਤੂੰ ਜੁੜ ਗਿਆ। ਤੂੰ ਤਾਂ ਇੰਨਾ ਜੁੜ ਗਿਆ, ਇੰਨਾ ਜੁੜ ਗਿਆ, ਤੈਨੂੰ ਪਤਾ ਇਹ ਪਰਿਵਾਰ ਨਹੀਂ ਜੁੜਦਾ ਹੁੰਦਾ ਕਿਸੇ ਨਾਲ। ਜਦੋਂ ਬੰਦਾ ਬੁੜਾ ਹੋ ਜਾਂਦਾ, ਪਰਿਵਾਰ ਵਾਲੇ ਚੁੱਕ ਕੇ ਉਹ ਮਾਰਦੇ ਨੇ ਬੁੜੇ ਨੂੰ। ਫਿਰ ਲੋਕੀ ਕਹਿੰਦੇ ਹੁਣ ਬਿਰਧ ਘਰ ਬਣਾਓ ਜੀ, ਬੱਚੇ ਸਤਿਕਾਰ ਨਹੀਂ ਕਰਦੇ। ਜਿਹਦੇ ਨਾਲ ਜੁੜਨਾ ਸੀ, ਜੇ ਗੁਰੂ ਗ੍ਰੰਥ ਸਾਹਿਬ ਨਾਲ ਜੁੜਦੇ, ਜੇ ਸ਼ਬਦ ਨਾਲ ਜੁੜਦੇ, ਕਦੇ ਨਾ ਚੁੱਕ ਕੇ ਮਾਰਦੇ ਮਹਾਰਾਜ ਤੁਹਾਨੂੰ। ਸਤਿਗੁਰੂ ਗਲ ਨਾਲ ਲਾਉਂਦੇ, ਆ ਜਾ ਮੇਰਾ ਪੁੱਤ, ਮੈਂ ਹੀ ਤੈਨੂੰ ਸਾਂਭਣਾ। ਜਿਹਦਾ ਗੁਰੂ ਗ੍ਰੰਥ ਸਾਹਿਬ ਹੈ ਉਹਦੀ ਸਾਰੀ ਦੁਨੀਆ, ਜਿਹਨੂੰ ਗੁਰੂ ਗ੍ਰੰਥ ਸਾਹਿਬ ਗਲ ਨਾਲ ਲਾ ਲੈਣ, ਸਾਰੀ ਉਹਨੂੰ ਦੁਨੀਆ ਹੀ ਗਲ ਨਾਲ ਲਾ ਲੈਣ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਬਣ ਜਾਂਦਾ। ਸੋ ਜਿਵੇਂ ਹੁਣ ਵੀ ਬੰਦਾ ਜਿਉਂਦਾ ਬ੍ਰਿਗੇਡੀਅਰ ਸੀ ਫੌਜ ਦੇ ਵਿੱਚ ਚੰਡੀਗੜ੍ਹ, ਸੋ ਸਾਰੇ ਘਰ ਦੇ ਕਹਿਣੇ ਨਾ ਉਹ ਮੁੰਡਾ ਰੱਖੇ ਨਾ ਉਹ ਰੱਖੇ, ਕਹਿੰਦੇ ਮਿਲਟਰੀ ਹਸਪਤਾਲ ਦਾਖਲ, ਮੈਂਟਲ ਹੋ ਗਿਆ ਜੀ, ਐ ਹੋ ਗਿਆ ਜੀ ਕਰਕੇ। ਡਾਕਟਰ ਵੀ ਕਹਿੰਦੇ ਇਹਦੇ ਟੀਕਾ ਲਾਓ ਡੂੰਘਾ ਜਿਹਾ, ਸੁੱਤਾ ਰਹੂਗਾ ਆਪੇ। ਚੰਗਾ ਡੂੰਘਾ ਟੀਕਾ ਲਾਤਾ ਰੱਖ ਕੇ, ਬਈ ਜਿਹਨੂੰ ਕਹਿੰਦੇ ਆ ਬਈ ਸੁੱਤਾ ਰਹੇ 12 ਘੰਟੇ ਤੇ 12 ਘੰਟੇ ਕੀ ਸੌਣਾ ਸੀ, ਚੜਾਈ ਕਰ ਗਿਆ ਉਹ ਤਾਂ, ਟੀਕਾ ਇਹ ਲੱਗ ਗਿਆ। ਜਦੋਂ ਉਹ ਗਿਆ ਪਰਲੋਕ ਵਿੱਚ, ਉੱਥੇ ਫਿਰ ਉਹਨੂੰ ਫਿਰ ਜਿਉਂਦੇ ਹੋ ਕੇ ਗੱਲ ਸਾਰੀ ਆਪ ਸੁਣਾਈ ਸੀ। ਸੋ ਇਹ ਮੇਜਰ ਹਰਭਜਨ ਸਿੰਘ ਜੀ ਨੇ ਗੱਲ ਸਾਰੀ ਲਿਖੀ ਵੀ ਹੋਈ ਆ। ਸੋ ਭਜਨ ਬੰਦਗੀ ਦਾ ਪ੍ਰਤਾਪ ਪੁਸਤਕ ਦੇ ਵਿੱਚ ਵੀ ਲਿਖੀ ਹੋਈ ਆ। ਸੋ ਜਿਹੜੇ ਆਫੀਸਰ ਨੂੰ ਇਹ ਗੱਲ ਬ੍ਰਿਗੇਡੀਅਰ ਨੇ ਸੁਣਾਈ ਸੀ, ਉਹ ਆਫੀਸਰ ਹੁਣ ਵੀ ਬਹੁਤ ਵੱਡੇ ਰੈਂਕ ਦੇ ਉੱਤੇ ਆ ਪੰਜਾਬ 'ਚ, ਉਹਨੇ ਮੈਨੂੰ ਇਹ ਗੱਲ ਸੁਣਾਈ ਸੀ। ਉਹ ਕਹਿੰਦੇ ਫਿਰ ਬਜ਼ੁਰਗ ਜਦੋਂ ਬ੍ਰਿਗੇਡੀਅਰ ਉੱਤੇ ਗਿਆ ਤਾਂ ਉਸ ਵਕਤ ਜਿਹੜੇ ਸਾਧੂ ਦੇ ਉਹ ਛੋਟਾ ਹੁੰਦਾ ਰੋੜੇ ਮਾਰਦਾ ਹੁੰਦਾ ਸੀ, ਉਹ ਮਿਲ ਪਿਆ ਉਹਨੂੰ ਉੱਥੇ। ਕਹਿੰਦੇ ਆ ਗਏ ਆ? ਕਹਿੰਦੇ ਹਾਂ ਜੀ। ਕਹਿੰਦੇ ਚੱਲ ਮਿੱਤਰਾ, ਤੂੰ ਤਾਂ ਰੋੜੇ ਮਾਰਦਾ ਰਿਹਾ, ਪਰ ਮੈਂ ਤਾਂ ਪਰਉਪਕਾਰ ਕਰਨਾ, ਤੇਰਾ ਮੇਰਾ ਰੋੜਿਆਂ ਦਾ ਸੰਗ ਰਿਹਾ, ਕੋਈ ਗੱਲ ਨਹੀਂ, ਚਲਾ ਲੈ ਚੱਲਾਂ ਤੈਨੂੰ। ਉਸ ਵਕਤ ਕਹਿੰਦੇ ਉਹ ਮੈਨੂੰ ਸਿੱਧਾ ਹੀ ਅੱਖਾਂ ਜਿਹੀਆਂ ਬੰਦ ਕਰਾ ਕੇ, ਅੱਖਾਂ ਖੋਲੀਆਂ, ਗੁਰੂ ਨਾਨਕ ਸਾਹਿਬ ਦੇ ਸਾਹਮਣੇ ਖੜ ਗਏ। ਮਹਾਰਾਜ ਕਹਿੰਦੇ ਇਹਨੂੰ ਕਾਹਦੇ ਲਈ ਲੈ ਕੇ ਆਏ ਭਾਈ? ਕਹਿੰਦੇ ਮਹਾਰਾਜ ਇਹ ਭਾਵੇਂ ਮੈਨੂੰ ਰੋੜੇ ਹੀ ਮਾਰਦਾ ਰਿਹਾ, ਪਰ ਮੈਂ ਤਾਂ ਭਲਾ ਕਰਨਾ ਹੈ। ਫਰੀਦਾ ਜੋ ਤੈਂ ਮਾਰਨ ਮੁੱਕੀਆਂ, ਤਿੰਨਾਂ ਨਾ ਮਾਰੇ ਘੁੰਮ, ਆਪਣਾ ਘਰ ਜਾਈਏ ਪੈਰ ਤਿੰਨਾਂ ਦੇ ਚੁੰਮ। ਕਹਿੰਦੇ ਮੈਂ ਇਸ ਚੀਜ਼ ਨੂੰ ਮੈਂ ਅਪਣਾਉਣਾ ਹੈ। ਮਹਾਰਾਜ ਬੜੇ ਹੱਸ ਪਏ, ਕਹਿੰਦੇ ਦੇਖੋ ਸਾਧੂ ਸੰਤ ਕੈਸੇ ਹੁੰਦੇ ਨੇ, ਜਿਹੜੇ ਬੰਦੇ ਨੇ ਰੋੜੇ ਮਾਰੇ ਉਹਦਾ ਭਲਾ ਕਰ। ਦੇਖ ਬਈ ਤੇਰੇ ਤੂੰ ਰੋੜੇ ਮਾਰੇ ਭਲਾ ਕਰਦਾ। ਮਹਾਰਾਜ ਨੇ ਉਸੇ ਵਕਤ ਸੰਕਲਪ ਕੀਤਿਆ, ਸਾਰੀ ਧਰਮਰਾਜਾ ਪ੍ਰਗਟ ਹੋ ਗਿਆ। ਮਹਾਰਾਜ ਕਹਿੰਦੇ ਲਿਆਇਆ ਫਾਈਲ ਇਹਦੀ? ਕਹਿੰਦੇ ਹਾਂ ਮਹਾਰਾਜ। ਸਾਰੀ ਫਾਈਲ ਫਰੋਲ ਕੇ ਦਿਖਾਤੀ। ਕਹਿੰਦੇ ਆ ਦੇਖ, ਕਾਲੀ 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 ਹੋਈ ਹੈ, ਕਿਤੇ ਇੱਕ ਵਾਰੀ ਵੀ ਵਾਹਿਗੁਰੂ ਨਹੀਂ ਕਿਹਾ ਤੂੰ, ਕਿਤੇ ਕੋਈ ਸੇਵਾ ਨਹੀਂ ਤੇਰੀ, ਕੁਛ ਨਹੀਂ ਕੀਤਾ ਸਾਰੀ ਜ਼ਿੰਦਗੀ 'ਚ ਤੂੰ। ਉਹ ਮਹਾਤਮਾ ਕਹਿੰਦੇ ਮਹਾਰਾਜ ਇੱਕ ਵਾਰ ਬਖਸ਼ ਦੋ। ਸੱਚੇ ਪਾਤਸ਼ਾਹ ਨੇ ਫਾਈਲ ਜੀ ਪਾੜ ਕੇ ਕਹਿੰਦੇ ਸੁੱਟ ਦਿੱਤੀ। ਨਵੀਂ ਫਾਈਲ ਜਦੋਂ ਮਹਾਰਾਜ ਨੇ ਲਾਈ, ਉਹ ਤੇ ਆਪ ਮਹਾਰਾਜ ਨੇ ਸਕੈਚ ਪੈਨ ਵਾਂਗੂ ਮੋਟਾ ਜਿਹਾ ਪੈਨ ਲੈ ਕੇ
ਸਭ ਤੋਂ ਉੱਤੇ ਲਿਖਿਆ ਇੱਕ ਓੰਕਾਰ, ਉਹਦਾ ਨਾਂ ਲਿਖਿਆ ਬੰਦੇ ਦਾ। ਧਰਮਰਾਜ ਨੂੰ ਫੜਾਤੀ, ਕਹਿੰਦੇ ਅੱਜ ਤੋਂ ਨਵੀਂ ਫਾਈਲ ਹੈ ਇਹਦੀ। ਉਹ ਪੁਰਾਣੀ ਸਾਰੀ ਆਪਾਂ ਪਾੜਤੀ। ਧਰਮਰਾਜ ਦਰ ਕਾਗਦ ਫਾਰੇ ਜਾਂ ਨਾਨਕ ਲੇਖਾ ਸਮਝਾ। ਉਸ ਵਕਤ ਉਹ ਬਜ਼ੁਰਗ ਕਹਿਣ ਲੱਗਿਆ, ਜਦੋਂ ਮਹਾਰਾਜ ਨੇ ਉੱਥੋਂ ਤੋਰਿਆ ਸਾਨੂੰ, ਕਹਿੰਦੇ ਇੱਧਰੋਂ ਮੇਰੀ ਅੱਖਾਂ ਖੁੱਲ ਗਈਆਂ ਹੌਸਪੀਟਲ 'ਚ। ਦੁਆਲੇ ਮੁੰਡੇ ਵੀ ਖੜੇ, ਨੂੰਹਾਂ ਵੀ ਖੜੀਆਂ, ਪਰਿਵਾਰ ਸਾਰਾ ਖੜਾ। ਉਹ ਕਹੇ ਬਾਪੂ ਜੀ ਤੁਸੀਂ ਘਰ ਚੱਲੋ, ਉਹ ਕਹੇ ਬਾਪੂ ਜੀ ਮੇਰੇ ਘਰ ਚੱਲੋ। ਉਹ ਕਹਿੰਦਾ ਮੈਂ ਬੜਾ ਹੈਰਾਨ ਵੀ ਇਹ ਇੱਕਦਮ ਸਾਰਾ ਚੱਕਰ ਕਿੱਦਾਂ ਬਦਲ ਗਿਆ, ਕਿਉਂਕਿ ਮਹਾਰਾਜ ਨੇ ਬਦਲਤਾ ਸਾਰਾ ਕੁਝ। ਪਰਿਵਾਰ ਉਹਨੂੰ ਘਰ ਲੈ ਗਿਆ। ਉਸ ਵਕਤ ਉਹਨੇ ਜਾਂਦਿਆਂ ਸਾਰ ਪਹਿਲੀ ਇੱਛਾ ਪ੍ਰਗਟ ਕੀਤੀ, ਕਾਕਾ ਅੰਮ੍ਰਿਤ ਸੰਚਾਰ ਕਿੱਥੇ ਹੁੰਦਾ ਪਤਾ ਕਰੋ। ਅੰਮ੍ਰਿਤ ਛਕਿਆ। ਫਿਰ ਉਹ ਸਾਰੀ ਜ਼ਿੰਦਗੀ ਕਹਿੰਦਾ ਮੈਂ ਬਸ ਗੁਰੂ ਘਰ 'ਚ ਹੀ ਰਹਿਣਾ, ਉੱਥੇ ਜਾ ਕੇ ਲੰਗਰ ਹੀ ਵਰਤਾਊਂਗਾ, ਉੱਥੇ ਜਾ ਕੇ ਸੇਵਾ ਕਰੂੰਗਾ। ਜਿੰਨੀ ਮੇਰੀ ਪੈਨਸ਼ਨ ਆਊਗੀ ਮੈਂ ਤਾਂ ਸਾਰੀ ਲੰਗਰ 'ਚ ਹੀ ਲਾਉਣੀ ਆ, ਮੈਂ ਤਾਂ ਸਾਰੀ ਸੰਗਤਾਂ 'ਚ ਹੀ ਲਾਊਂਗਾ ਬਸ। ਉਸ ਵਕਤ ਤੋਂ ਉਸ ਬੰਦੇ ਨੇ ਆਪਣੇ ਜਿਹੜੇ ਲੇਖ ਸੀ ਉਹ ਬਦਲਣੇ ਸ਼ੁਰੂ ਕਰ ਦਿੱਤੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵਿਸ਼ਵਾਸ ਕਰਕੇ ਕੰਮ ਕਰੋ ਵੀ ਆਪੇ ਬੀਜ ਆਪੇ ਹੀ ਖਾਓ। ਆਪੇ ਬੀਜਣਾ ਤੇ ਆਪੇ ਖਾਣਾ। ਤੁਸੀਂ, ਤੁਹਾਨੂੰ ਅਥਾਰਟੀ ਹੈ, ਸੁਤੰਤਰ ਹੋ ਤੁਸੀਂ ਕਰਮ ਕਰਨ ਲਈ। ਪਰ ਜਦੋਂ ਇੱਕ ਵਾਰ ਕਰਮ ਹੋ ਜਾਂਦਾ ਫਿਰ ਆਪਾਂ ਪਤੰਤਰ ਹੋ ਜਾਂਦੇ ਹਾਂ, ਭਾਵ ਅਧੀਨ ਹੋ ਜਾਂਦੇ। ਸਾਹਮਣੇ ਲਾਲ ਬੱਤੀ ਹੈ, ਹਰੀ ਬੱਤੀ ਹੈ, ਪੀਲੀ ਬੱਤੀ ਹੈ, ਸਾਹਮਣੇ ਦੀਂਦਾ ਹੁੰਦਾ ਸਾਰਾ ਕੁਝ। ਪਰ ਜੇ ਬੰਦਾ ਜਾਣ ਬੁੱਝ ਕੇ ਕ੍ਰਾਸ ਕਰ ਜੇ ਉਹਨੂੰ, ਉਦੋਂ ਪਤੰਤਰ ਹੋ ਜਾਂਦਾ, ਉਦੋਂ ਹੀ ਟਿਕਟ ਮਿਲ ਜਾਂਦੀ ਉਹਨੂੰ। ਇਸੇ ਪ੍ਰਕਾਰ ਸਤਿਗੁਰੂ ਕਹਿੰਦੇ ਸੋਚ ਕੇ ਕਦਮ ਚੱਕਿਓ, ਇਹੋ ਜਿਹਾ ਕਦਮ ਕਿ ਕਦੇ ਗਲਤੀ ਨਾ ਕਰਿਓ। ਜੇ ਗਲਤੀ ਕਰੋਗੇ ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈ ਹੈ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਜਗਤ ਅਸਾਰ ਜਾਣ ਕਰ ਸਭ ਹੀ, ਸਾਰਾ ਜਗਤ ਜਿਹੜਾ ਹੈ ਮਿਥਿਆ ਜਾਣ ਕੇ, ਝੂਠਾ ਜਾਣ ਕੇ। ਗੁਰ ਉਪਦੇਸ਼ ਗਹਿ ਦਿਵ ਤਬ ਹੀ, ਗੁਰੂ ਦੇ ਉਪਦੇਸ਼ ਨੂੰ ਦ੍ਰਿੜ ਕਰਕੇ ਚੰਗੀ ਤਰ੍ਹਾਂ ਜਿਹੜਾ ਕਥਾ ਸੁਣਦੇ ਆ, ਸਵੇਰੇ ਜਿਹੜਾ ਗੁਰਬਾਣੀ ਦੀ ਕਥਾ ਸੁਣਦੇ ਆ, ਨਹੀਂ ਸੁਣਦੇ ਇੰਟਰਨੈਟ ਤੇ ਸੁਣੋ, ਨਹੀਂ ਸੁਣਦੇ ਰੇਡੀਓ ਤੇ ਸੁਣੋ, ਨਹੀਂ ਸੁਣਦੇ ਤਾਂ ਫਿਰ ਸੀਡੀਆਂ ਮਿਲ ਜਾਣਗੀਆਂ ਬਾਅਦ ਵਿੱਚ। ਤੇ ਇਸ ਪ੍ਰਕਾਰ ਮਹਾਰਾਜ ਦੀ ਕਿਰਪਾ ਨਾਲ ਟੈਸਟ ਵੀ ਕਰ ਰਹੇ ਹਾਂ, ਨਾਲ ਨਾਲ ਵੀਡੀਓ ਕਥਾ ਜਸ ਪੰਜਾਬੀ ਟੀਵੀ ਦੇ ਉੱਤੇ ਨਿਊਯਾਰਕ ਦੇ ਵਿੱਚ, ਔਰ ਲਗਭਗ ਬਹੁਤ ਛੇਤੀ ਅਮਰੀਕਾ ਦੇ ਵਿੱਚ ਵੀ ਆਪਾਂ ਸਾਰੇ ਟੀਵੀ ਦੇ ਉੱਤੇ ਕਥਾ ਵੀ ਦੇਖ ਸਕਦੇ ਹਾਂ। ਬੜਾ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਸਾਇੰਸ ਨੂੰ ਆਪਾਂ ਵਰਤਣਾ ਹੈ। ਸਾਇੰਸ ਬੜੇ ਸੋਹਣੇ ਸਾਧਨ ਦਿੰਦੀ ਹੈ ਆਪਾਂ ਨੂੰ। ਮਹਾਰਾਜ ਦੀ ਕਿਰਪਾ ਨਾਲ ਇੰਟਰਨੈਟ ਤੇ ਆਪਣੀ ਕਥਾ ਜਾਂਦੀ, ਜਿੱਦਾਂ ਆਸਟ੍ਰੇਲੀਆ ਵਿੱਚ, ਹਾਂਗਕਾਂਗ ਦੇ ਵਿੱਚ, ਮਲੇਸ਼ੀਆ ਵਿੱਚ ਬਹੁਤ ਸੰਗਤ ਸੁਣਦੀ, ਯੂਰਪ ਸਾਰੇ ਵਿੱਚ ਹੀ। ਕਈ ਕਹਿਣਗੇ ਸਾਡੇ ਦੇਸ਼ ਦਾ ਨਾਂ ਹੀ ਲਿਆ ਤੁਸੀਂ। ਹੁਣ ਇੰਨੇ ਦੇਸ਼ ਨੇ ਕਿਹਦਾ ਨਾਂ ਲਈ, ਸਾਰਾ ਹੀ ਕਹਿ ਤਾ ਨਾ, ਯੂਰਪ ਵਿੱਚ ਸਾਰੇ ਹੀ ਆ ਗਏ। ਅੰਮ੍ਰਿਤ ਬਾਣੀ ਰੇਡੀਓ ਇੰਗਲੈਂਡ ਵਿੱਚ, ਇਸੇ ਪ੍ਰਕਾਰ ਕੈਨੇਡਾ, ਅਮਰੀਕਾ ਸਾਰਾ ਹੀ, ਹਿੰਦੁਸਤਾਨ ਭਰ ਦੇ ਜਿੱਥੇ ਵੀ ਪਤਾ ਕਿਸੇ ਨੂੰ। ਸੋ ਮਹਾਰਾਜ ਦੀ ਕਿਰਪਾ ਨਾਲ ਐਟ ਏ ਟਾਈਮ ਸਾਇੰਸ ਹੀ ਤਾਂ ਕੰਮ ਕਰ ਰਹੀ ਹੈ। ਸਾਇੰਸ ਅਕਾਲ ਪੁਰਖ ਦੀ, ਵਾਹਿਗੁਰੂ ਨੇ ਕਿਰਪਾ ਕੀਤੀ ਆਪਣੇ ਤੇ। ਇਸ ਤਰ੍ਹਾਂ ਆਪਾਂ ਸਾਰੇ ਸਾਧਨਾਂ ਦੇ ਰਾਹੀਂ ਹਰ ਇੱਕ ਬੰਦੇ ਨੂੰ ਇਹ ਜਣਾਉਣਾ ਹੈ ਕਿ ਤੂੰ ਬੰਦਾ ਹੈ ਤੇ ਬੰਦਿਆਂ ਵਾਲੇ ਕੰਮ ਕਰ। ਬਸ ਆਪਣੀ ਕਥਾ ਦਾ ਉਦੇਸ਼ ਹੀ ਹੈ ਕਿ ਬੰਦਿਆਂ ਵਾਲੇ ਕੰਮ ਕਰ ਭਾਈ, ਕਿਉਂਕਿ ਆਪਾਂ ਪਸ਼ੂਆਂ ਵਾਲਾ ਕਰਮ ਨਹੀਂ ਕਰਨਾ। ਆਤਮਾ ਪੂਰਨ ਜਹ ਕਹਿ ਦੇਖੇ, ਇਹ ਜਿਹੜਾ ਆਤਮਾ ਹੈ ਸਾਡੇ ਅੰਦਰ, ਜਦੋਂ ਇਹਦਾ ਪ੍ਰਕਾਸ਼ ਹਿਰਦੇ 'ਚ ਦੇਖਿਆ ਤਾਂ ਫਿਰ ਇਹਨੂੰ ਵਿਆਪਕ ਰੂਪ ਵਿੱਚ ਵੀ ਜਿੱਥੇ ਕਿੱਥੇ ਦੇਖ ਲਿਆ ਕਿ ਪ੍ਰਕਾਸ਼ ਤਾਂ ਹਰੇਕ ਜਗ੍ਹਾ ਹੀ ਆ ਉਹਦਾ। ਨਿਜ ਸਰੂਪ ਕੋ ਲਖੈ ਵਸੇਖੇ, ਆਪਣੇ ਸਰੂਪ ਨੂੰ ਵਿਸ਼ੇਸ਼ ਕਰਕੇ ਆਪਣੇ ਹਿਰਦੇ 'ਚ ਜਾਣ ਲਓ ਕਿ ਇਹ ਅੰਦਰ ਆਪਣਾ ਸਰੂਪ ਹੈ, ਜਿਹੜਾ ਵਾਸਤਵ ਦੇ ਵਿੱਚ ਜੋ ਆਪਣੀਆਂ ਸ਼ਕਲਾਂ ਦਿਖਦੀਆਂ, ਅਕਲਾਂ ਦਿਖਦੀਆਂ, ਜੋ ਜਾਤ ਪਾਤ ਦਿਖਦੀ, ਜੋ ਕੁਝ ਦਿਖਦਾ, ਇਹ ਸਭ ਝੂਠ ਹੈ। ਜਦੋਂ ਬੰਦੇ ਦਾ ਸੰਸਕਾਰ ਹੁੰਦਾ ਉਦੋਂ ਆ ਸਾਰਾ ਚੌਕਟਾ ਖਤਮ ਹੋ ਜਾਂਦਾ। ਪਰ ਅਸਲ ਜਿਹੜਾ ਆਪਣਾ ਸਰੂਪ ਉਹ ਆਤਮਾ ਹੈ। ਉਹਦੇ ਤੱਕ ਜਾਣ ਲਈ ਆਪਾਂ ਮਿਹਨਤ ਕਰਨੀ ਹੁੰਦੀ ਹੈ। ਪਰ ਆਤਮਾ ਤੱਕ ਕੋਈ ਬੰਦਾ ਜਾਂਦਾ, ਨਹੀਂ ਤਾਂ ਸਾਰੇ ਬੰਦੇ ਸਰੀਰ ਤੱਕ ਹੀ ਸੀਮਿਤ ਰਹਿ ਜਾਂਦੇ ਨੇ। ਮਨ ਕੇ ਬਿਰਤ ਟਿਕੇ ਸੁਖ ਰਾਸਾ, ਕਿਉਂਕਿ ਜਦੋਂ ਮਨ ਦੀ ਬਿਰਤੀ ਟਿਕਦੀ ਹੈ ਤਾਂ ਸੁੱਖਾਂ ਦੇ ਸਮੁੰਦਰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਨਿਹਚਲ ਹੋਵੇ ਦ੍ਰਿੜ ਅਭਿਆਸਾ, ਫਿਰ ਜਿਹੜਾ ਦ੍ਰਿੜ ਅਭਿਆਸ ਹੋ ਜਾਂਦਾ ਮਨ ਦੇ ਅੰਦਰ, ਚਿੱਤ ਜਿਹੜਾ ਮਨ ਹੈ ਇਹ ਨਿਸ਼ਚਲ ਇੱਕ ਜਗ੍ਹਾ ਦੇ ਉੱਤੇ ਟਿਕ ਜਾਂਦਾ ਹੈ।
ਦੈਂਤ ਪੁੱਤਰ ਸੁਨ ਘਿਰਾ ਉਚਾਰੇ। ਦੈਂਤ ਪੁੱਤਰ ਨੇ ਸੁਣ ਕੇ ਇਸ ਪ੍ਰਕਾਰ ਜਿਹੜੇ ਦੈਂਤਾਂ ਦੇ ਪੁੱਤਰ ਸੀ ਇਹ ਕਹਿਣ ਲੱਗੇ, ਹਮਹਿ ਬਤਾਏ ਬਾਤ ਹੈ ਸਾਰੀ। ਸਾਨੂੰ ਇਹ ਸਾਰੀ ਜਿਹੜੀ ਗੱਲ ਦੱਸੀ ਹੈ। ਅਸ ਤੁਮ ਗਿਆਨ ਕਹਾਂ ਤੇ ਪਾਵਾ। ਪ੍ਰਹਿਲਾਦ ਜੀ, ਇਹ ਗਿਆਨ ਤੁਸੀਂ ਕਿੱਥੋਂ ਪਾਇਆ ਜਿਹੜਾ ਸਾਨੂੰ ਸਾਰਿਆਂ ਨੂੰ ਵੰਡਿਆ ਹੈ? ਸਰਬੈ ਸਾਰ ਅਸਾਰ ਲਖਾਵਾ। ਕੀ ਸਾਰ ਹੈ ਤੇ ਕੀ ਅਸਾਰ ਹੈ? ਤੂੰ ਸਾਰੀ ਗੱਲ ਜਾਣ ਲਈ ਇੰਨੀ ਛੋਟੀ ਉਮਰ ਵਿੱਚ ਤੂੰ ਕਿੱਥੋਂ ਸਿੱਖੀ ਹੈ ਇਹ? ਹਮ ਤੁਮ ਪੜਤ ਗੁਰੂ ਇਕ ਪਾਹੇ। ਆਪਾਂ ਸਾਰੇ ਜਾਣੇ ਇੱਕ ਗੁਰੂ ਸੰਡਾ ਤੇ ਮਰਕਾ ਜਿਹੜੇ ਦੋ ਗੁਰੂ ਨੇ, ਵਿਦਿਆ ਗੁਰੂ ਨੇ, ਉਹਨਾਂ ਕੋਲੋਂ ਪੜ੍ਹਦੇ ਆਂ। ਅਪਰ ਨਿਕਟ ਗਵਨੇ ਕਵ ਨਾਹੀ। ਫਿਰ ਆਪਾਂ ਹੋਰ ਕਿਸੇ ਗੁਰੂ ਕੋਲ ਕਦੇ ਗਏ ਵੀ ਨਹੀਂ ਹਾਂ। ਔਰ ਨਾ ਕੋ ਆਵਾ ਇਹ ਥਾਨਾ। ਫਿਰ ਕਦੇ ਆਪਣੇ ਮਦਰਸੇ ਵਿੱਚ ਉੱਥੇ ਚੱਲ ਕੇ ਕੋਈ ਹੋਰ ਆਇਆ ਵੀ ਨਹੀਂ ਹੈ ਕਦੇ। ਕਬਹੂ ਨਹਿ ਸਤ ਸੰਗ ਮਿਲਾਨਾ। ਕਦੇ ਤੁਸੀਂ ਸਤਸੰਗਤ ਵਿੱਚ ਵੀ ਨਹੀਂ ਗਏ ਹੋ। ਔਰ ਨ ਆਇਓ ਤੂੰ ਨਹਿ ਗਇਓ। ਨਾ ਕੋਈ ਆਇਆ ਇੱਥੇ, ਨਾ ਤੁਸੀਂ ਕਿਤੇ ਗਏ ਹੋ ਅੱਜ ਤੱਕ। ਐਸੋ ਗਿਆਨ ਕਹਾਂ ਤੇ ਭਇਓ। ਪ੍ਰਹਿਲਾਦ ਜੀ, ਇਹ ਤੁਹਾਨੂੰ ਗਿਆਨ ਹੋ ਕਿੱਥੋਂ ਗਿਆ ਸਾਨੂੰ ਜੋ ਸਮਝਾ ਰਹੇ ਹੋ? ਇਹ ਸੰਸਾ ਉਰ ਦੇਹੋ ਮਿਟਾਏ। ਇਹ ਸੰਸਾ ਸਾਡੇ ਮਨ ਦਾ ਕਿਰਪਾ ਕਰਕੇ ਦੂਰ ਕਰ ਦਿਓ ਜੀ। ਦਿਨ ਤੇ ਸੁਨ ਮੈਂ ਗਿਰਾ ਅਲਾਏ। ਉਹਨਾਂ ਤੋਂ ਸੁਣ ਕੇ ਮੈਂ ਇਸ ਪ੍ਰਕਾਰ ਬਚਨ ਕਿਹਾ ਹੈ। ਜਾਮਮ ਪਿਤ ਤਪ ਹੀਤ ਪਧਾਰਾ। ਜਦੋਂ ਮੇਰਾ ਪਿਤਾ ਤਪ ਕਰਨ ਵਾਸਤੇ ਗਿਆ ਸੀ ਨਾ ਜੰਗਲਾਂ ਦੇ ਵਿੱਚ, ਮੰਦਰਾ ਚੱਲ ਪਰ ਹੱਠ ਛੱਡ ਵੱਡ ਧਾਰਾ। ਮੰਦਰਾ ਚੱਲ ਪਰਬਤ ਦੇ ਉੱਤੇ ਜਾ ਕੇ ਬਹੁਤ ਹੱਠ ਕਰਕੇ ਉਹਨੇ ਤਪੱਸਿਆ ਕੀਤੀ ਸੀ। ਸੁਣ ਕਰ ਸਰੋਨ ਸੁਰਨ ਸਮੂਹਾ। ਸੁਣ ਕਰਕੇ ਆਪਣੇ ਕੰਨਾਂ ਦੇ ਵਿੱਚ ਸਾਰੇ ਦੇਵਤਿਆਂ ਨੇ ਸੈਨ ਬਟੋਰੇ ਕੀਨੀ ਬਉਆ। ਉਹਨਾਂ ਨੇ ਫਿਰ ਸੈਨਾ ਇਕੱਠੀ ਕੀਤੀ ਸਾਰਿਆਂ ਨੇ। ਉਹਨਾਂ ਨੂੰ ਪਤਾ ਸੀ ਵੀ ਹੁਣ ਹਰਨਾਕਸ਼ ਤਪੱਸਿਆ ਕਰਨ ਗਿਆ ਹੋਇਆ, ਹੁਣ ਉਹਨੇ ਮੁੜਨਾ ਤਾਂ ਹੈ ਨਹੀਂ ਮੰਦਰਾ ਚੱਲ ਪਰਬਤ ਦੇ ਉੱਤੇ, ਵੀ ਹੁਣ ਉਹਦਾ ਰਾਜ ਭਾਗ ਖਾਲੀ ਹੈ। ਹਰਖ ਪਰਸ ਪਰ ਬਚਨ ਬਖਾਨਾ। ਖੁਸ਼ ਹੋ ਕਰਕੇ ਆਪਸ ਵਿੱਚ ਬਚਨ ਕਿਹਾ, ਦਾਨਵ ਕੁਲ ਕਾ ਕਰਹੁ ਨਿਦਾਨਾ। ਚਲੋ ਆਪਾਂ ਸਾਰੇ ਦੇਵਤੇ ਚੱਲ ਕੇ ਦੈਂਤ ਕੁਲ ਨੂੰ ਨਾਸ਼ ਕਰ ਦਿੰਨੇ ਆ। ਬਿਨ ਪਰਿਆ ਸੁਦਨ ਸੇਸ ਨਿਸ਼ਾਨਾ। ਉਹ ਬਿਨਾਂ ਕਿਸੇ ਯਤਨ ਦੇ ਹੀ ਦੈਂਤਾਂ ਦੇ ਰਾਜੇ ਦਾ ਨਾਸ਼ ਹੋ ਜਾਏਗਾ, ਕਿਉਂਕਿ ਆਪਾਂ ਉਹਦੀ ਕੁਲ ਦਾ ਹੀ ਨਾਸ਼ ਕਰ ਦਿੰਨੇ ਆ। ਜਿਮ ਪਪੇਲ ਕਾ ਅਹਿ ਕਿਆ ਹਾਨਾ। ਸੋ ਇਸ ਕਰਕੇ ਜਿਵੇਂ ਕੀੜੀਆਂ ਨੇ ਸੱਪ ਨਾਸ਼ ਕਰ ਦਿੱਤਾ, ਸੱਪ ਨੂੰ ਕੀੜੀਆਂ ਹੀ ਖਾ ਜਾਂਦੀਆਂ, ਆਪਾਂ ਵੀ ਨਾਸ਼ ਕਰ ਦਿੰਦੇ ਜਾ ਕੇ। ਕਟਕ ਬਟੋਰ ਆਨ ਰਜਧਾਨੀ। ਬਹੁਤ ਸਾਰੀ ਫੌਜ ਇਕੱਠੀ ਕਰਕੇ ਉਹਦੀ ਰਾਜਧਾਨੀ ਚ ਆ ਗਏ। ਮੰਡਿਓ ਯੁੱਧ ਕਰਦ ਕਰਮਾਨੀ। ਉਸ ਵਕਤ ਬਹੁਤ ਗੁੱਸੇ ਚ ਆ ਕਰਕੇ ਇਹਨਾਂ ਨੇ ਹਮਲਾ ਕਰ ਦਿੱਤਾ ਅਤੇ ਬੜਾ ਭਾਰੀ ਉਸ ਥਾਂ ਦੇ ਉੱਤੇ ਜਿਹੜਾ ਸੀ ਉਹ ਜੰਗ ਹੋਇਆ। ਦਾਨਵ ਮਿਲ ਇੱਕ ਥਾਂ ਤੇ ਕਾਲਾ। ਦੈਂਤਾਂ ਨੇ ਮਿਲ ਕਰਕੇ ਇੱਕ ਥਾਂ ਦੇ ਉੱਤੇ ਉਸ ਵਕਤ ਦਾਰਨ ਸੰਗਰ ਕੀਨ ਵਿਸਾਲਾ। ਭਿਆਨਕ ਯੁੱਧ ਜਿਹੜਾ ਸੀ ਉਸ ਥਾਂ ਦੇ ਉੱਤੇ ਕੀਤਾ। ਗਦਾ ਤਰਸੂਲਨ ਗਿਰ ਤਰ ਭਾਰੇ। ਬਹੁਤ ਭਾਰੀ ਗਦਾ ਲੈ ਕਰਕੇ ਜਿਹੜੀ ਹੁੰਦੀ ਆ ਮੋਢੇ ਤੇ ਰੱਖੀ ਹੁੰਦੀ ਗਦਾ, ਤਰਸੂਲ ਔਰ ਪਹਾੜਾਂ ਵਰਗੇ ਇਸ ਪ੍ਰਕਾਰ ਜਿਹੜੇ ਭਾਰੇ ਦਰਖਤ ਸਨ। ਇੱਕ ਹੈ ਵਾਰ ਸੁਰਨ ਪਰ ਡਾਰੇ। ਉਹਨਾਂ ਨੇ ਇੱਕੋ ਵਾਰੀ ਸਾਰੇ ਦੇਵਤਿਆਂ ਦੇ ਉੱਤੇ ਲਿਆ ਕੇ ਚੀਜ਼ਾਂ ਸੁੱਟ ਦਿੱਤੀਆਂ। ਬੜੇ ਬੜੇ ਦਰਖਤ ਜੰਗਲਾਂ ਦੇ ਪੱਟ ਕੇ ਸੁੱਟਤੇ ਲਿਆ ਕੇ। ਇਹ ਬਚਾਏ ਇੰਦਰ ਕਰ ਕ੍ਰੋਧਾ। ਸੋ ਉਹਨਾਂ ਨੂੰ ਬਚਾ ਕਰਕੇ ਇੰਦਰ ਨੇ ਬੜਾ ਗੁੱਸਾ ਕੀਤਾ। ਲੈ ਕਰ ਸੰਗ ਸਰਬ ਨਿਜ ਜੋਧਾ। ਉਹਨੇ ਆਪਣੇ ਯੋਧੇ ਨਾਲ ਲੈ ਕਰਕੇ ਸਾਰੇ। ਵਜਰ ਹਤਨ ਕਹਿ ਦੈਂਤ ਵਿਹਲਾ। ਸੋ ਵਜਰ ਹੁੰਦਾ ਇੰਦਰ ਦਾ ਇੱਕ ਸ਼ਸਤਰ ਹੈ। ਇਹ ਵਜਰ ਦਾ ਬੜਾ ਭਿਆਨਕ ਸ਼ਸਤਰ ਹੈ। ਉਹਨੂੰ ਦੈਂਤਾਂ ਨੂੰ ਮਾਰਨ ਵਾਸਤੇ ਉਸ ਵਕਤ ਜੋ ਮਾਰ ਕੇ ਦੈਂਤ ਵਜਰ ਦੇ ਨਾਲ ਬੇਹਾਲ ਕਰ ਦਿੱਤੇ ਉਹਨੇ। ਭਾਜੇ ਔਰ ਧਰ ਤਰਾਸ ਵਿਸਾਲਾ। ਦੈਂਤ ਜਿਹੜੇ ਸੀ ਉਹ ਡਰਦੇ ਹੋਏ ਮਨ ਦੇ ਅੰਦਰ ਡਰ ਧਾਰ ਕੇ ਦੌੜ ਗਏ। ਪੁੱਤਰ ਕਲੱਤਰ ਨਾ ਮਿੱਤਰ ਸੰਭਾਰਾ। ਸੋ ਕਿਸੇ ਨੇ ਆਪਣੇ ਕਹਿੰਦੇ ਨਾ ਪੁੱਤਰ ਨੂੰ ਨਾ ਇਸਤਰੀ ਨੂੰ ਕਿਸੇ ਨੂੰ ਸੰਭਾਲਿਆ ਹੀ ਨਹੀਂ, ਸਭ ਭੱਜ ਗਏ ਉੱਥੋਂ। ਪ੍ਰਾਨ ਬਚਾਵਨ ਹੇਤ ਵਿਚਾਰਾ। ਹਰੇਕ ਨੇ ਕੋਸ਼ਿਸ਼ ਕੀਤੀ ਕਿ ਮੈਂ ਆਪਣੇ ਪ੍ਰਾਣ ਬਚਾ ਲਵਾਂ। ਪਾਏ ਵਿਜੈ ਕੋ ਅਦਕ ਪੁਰੰਦਰ। ਉਸ ਵਕਤ ਜਿਹੜੇ ਪੁਰੰਦਰ ਤੋਂ ਭਾਵ ਸੀਗੇ ਦੇਵਤੇ, ਉਹਨਾਂ ਨੇ ਸੋ ਇੰਦਰ ਨੇ ਜਿਹੜੀ ਸੀ ਇਹ ਵਿਜੇ ਪ੍ਰਾਪਤ ਕਰ ਲਈ। ਦੈਤ ਰਾਜ ਕੇ ਆਵਾ ਅੰਦਰ। ਹਰਨਾਕਸ਼ ਦੇ ਰਾਜ ਦੇ ਵਿੱਚ ਆ ਗਿਆ ਅੰਦਰ। ਸਭ ਦਾਨਵ ਕੇ ਸੈਨ ਨਖੁੱਟੇ। ਸਾਰਿਆਂ ਦਾਨਵਾਂ ਦੀ ਦੈਂਤਾਂ ਦੀ ਸੈਨਾ ਖਤਮ ਹੋ ਗਈ। ਹਰਖਤ ਹਵਾ ਮੁਲਤਾਨ ਸੋ ਲੁੱਟੀ। ਇਹਨੇ ਖੁਸ਼ ਹੋ ਕਰਕੇ ਮੁਲਤਾਨ ਦੇ ਇਲਾਕੇ 'ਚ ਸੀਗਾ ਰਾਜ ਕਰਦਾ ਉਦੋਂ, ਤੇ ਬੜਾ ਪੁਰਾਣਾ ਸਭ ਤੋਂ ਇਲਾਕਾ ਪੁਰਾਣਾ ਮੁਲਤਾਨ ਦਾ ਹੀ ਹੈ।
ਇਧਰਲੇ ਪਾਸੇ ਹੀ ਰਾਜ ਕਰਦਾ ਸੀ ਉਹ। ਮਮ ਮਾਤਾ ਕੋ ਗਹਿ ਅਸੁਰਾਰੀ। ਮੇਰੀ ਮਾਤਾ ਨੂੰ ਦੈਂਤਾਂ ਦੇ ਵੈਰੀ ਭਾਵ ਇੰਦਰ ਨੇ ਉਸ ਵਕਤ ਕੈਦ ਕਰ ਲਿਆ ਸੀ। ਉਹ ਲੜਾਈ ਦੇ ਵਿੱਚ ਪ੍ਰਹਿਲਾਦ ਜੀ ਕਹਿੰਦੇ ਲੈ ਕਰ ਗਮਨ ਨਿਜ ਨਿਜ ਸੰਗਾਰੇ। ਲੈ ਕਰਕੇ ਫਿਰ ਸਾਰਿਆਂ ਨੂੰ ਬੰਨ੍ਹ ਕੇ ਰੱਸਿਆਂ ਨਾਲ ਉਹ ਲੈ ਗਏ ਉੱਥੇ। ਸਹਿਜ ਸੁਭਾਏ ਚਲੇ ਮਰਾ ਜਾਈ। ਸਹਿਜ ਸੁਭਾਵਕ ਹੀ ਉਹ ਰਸਤੇ ਤੇ ਚਲੇ ਜਾ ਰਹੇ ਸੀ। ਨਾਰਦ ਮੁਨ ਮਿਲਾ ਨਾਸ ਮਿਲਿਓ ਤਵੇ ਆਏ। ਨਾਰਦ ਮੁਨੀ ਜੀ ਆ ਕਰਕੇ ਉਸ ਵਕਤ ਮਿਲੇ ਸਨ। ਉਹਨਾਂ ਨੂੰ ਆ ਰਸਤੇ 'ਚ ਨਾਰਦ ਮੁਨੀ ਜੀ ਮਿਲ ਗਏ ਸਾਰਿਆਂ ਨੂੰ, ਜਿੱਥੇ ਕੈਦ ਕਰਕੇ ਦੈਂਤਾਂ ਦੀਆਂ ਇਸਤਰੀਆਂ ਨੂੰ ਲੈ ਕੇ ਜਾ ਰਹੇ ਸੀ। ਦੇਖ ਕਰ ਦੇਖੋ ਉਪਜੀ ਦਾਇਆ। ਦੇਖ ਕਰਕੇ ਉਹਦੇ ਮਨ ਦੇ ਅੰਦਰ ਦਇਆ ਪੈਦਾ ਹੋ ਗਈ। ਕਹਿਣ ਲੱਗਿਓ ਤਬ ਹੇ ਸੁਰ ਰਾਇਆ। ਕਹਿਣ ਲੱਗਿਆ ਉਸ ਵਕਤ ਇੰਦਰ ਨੂੰ, ਹੇ ਰਾਜਾ ਸੁਣ, ਬਿਨਾ ਅਪਰਾਧ ਨਾਰ ਗਹਿਆਨੀ। ਇਹ ਬਿਨਾਂ ਕਿਸੇ ਅਪਰਾਧ ਦੇ ਹੀ ਤੁਸੀਂ ਇਸਤਰੀਆਂ ਪਕੜ ਲਿਆਂਦੀਆਂ, ਇਹਨੂੰ ਕਿਉਂ ਪੜ ਕੇ ਲਿਆਂਦਾ ਤੁਸੀਂ? ਤਜੋ ਵੇਗ ਮਾਨੋ ਮਮ ਬਾਨੀ। ਛੇਤੀ ਛੱਡ ਦਿਓ, ਮੇਰੀ ਗੱਲ ਮੰਨ ਲਓ ਹੁਣੇ। ਸੁਨਤ ਸੁਰੋ ਨ ਬੋਲਿਓ ਪੁਰਹੂਤਾ। ਸੁਣ ਕਰਕੇ ਗੱਲ ਨੂੰ ਇੰਦਰ ਬੋਲਿਆ, ਇਸਕੇ ਗਰਭ ਬਲੀ ਹਵੈ ਪੂਤਾ। ਇਹਨਾਂ ਦੇ ਉਦਰ ਦੇ ਵਿੱਚ ਬਹੁਤ ਤਕੜਾ ਪੁੱਤਰ ਹੈ ਜੋ ਜਨਮਤ ਹੀ ਮਾਰੂ ਮੈਂ ਤਾਹੀ। ਜਦੋਂ ਉਹਨੇ ਜਨਮ ਲਿਆ ਮੈਂ ਉਹਨੂੰ ਉਦੋਂ ਹੀ ਮਾਰ ਦੇਣਾ, ਤਾਂ ਕਿ ਮੁੜ ਕੇ ਕੋਈ ਹਰਨਾਕਸ਼ ਦੁਨੀਆ ਤੇ ਜੰਮੇ ਹੀ ਨਾ। ਗਹਿਆਨੀ ਬੰਤਾ ਹਿਤ ਜਾਹੀ। ਇਸੇ ਕਰਕੇ ਉਹਦੀ ਜਿਹੜੀ ਇਸਤਰੀ ਹੈ ਮੈਂ ਫੜ ਕੇ ਲਿਆਂਦੀ ਹੈ ਹਰਨਾਕਸ਼ ਦੀ। ਨਾਰਦ ਕਹਿਤ ਸੁਨੋ ਸੁਰਰਾਰੀ। ਨਾਰਦ ਜੀ ਕਹਿਣ ਲੱਗੇ, ਸੁਣੋ ਹੇ ਇੰਦਰਦੇਵ, ਤਿਸ ਕੋ ਪੁੱਤਰ ਨ ਮਾਰੋ ਜਾਏ। ਉਹ ਹਰਨਾਕਸ਼ ਦੇ ਪੁੱਤ ਨੂੰ ਨਹੀਂ ਕੋਈ ਮਾਰ ਸਕਦਾ। ਹਵੈ ਹਰ ਭਗਤ ਸੋਇ ਆਤਮ ਗਿਆਨੀ। ਉਹ ਇਹ ਆਤਮਕ ਗਿਆਨੀ ਹੈ, ਬਚਪਨ ਤੋਂ ਹੀ ਬ੍ਰਹਮ ਗਿਆਨੀ ਹੈ, ਇਹ ਭਗਤ ਹੈ ਰੱਬ ਦਾ। ਇਹਨੂੰ ਕੌਣ ਮਾਰੇਗਾ? ਇਹਨੂੰ ਤਾਂ ਹਰਨਾਕਸ਼ ਨਹੀਂ ਮਾਰ ਸਕੇਗਾ, ਤੂੰ ਕਿੱਥੋਂ ਮਾਰ ਲਏਗਾ ਇਹਨੂੰ? ਅਸ ਕੋ ਕਰੈ ਤਾਸ ਕੇ ਹਾਨੀ। ਉਹ ਕੋਈ ਦੁਨੀਆ 'ਚ ਇਹੋ ਜਿਹਾ ਪੈਦਾ ਨਹੀਂ ਹੋਇਆ ਜਿਹੜਾ ਪ੍ਰਹਿਲਾਦ ਨੂੰ ਮਾਰ ਸਕੇ। ਤੁਮਰੇ ਸਹਿਤ ਅਪਰ ਜੋ ਦੇਵਾ। ਤੁਹਾਡੇ ਸਮੇਤ ਹੋਰ ਜਿਹੜੇ ਦੇਵਤੇ ਹਨ, ਹਨ ਨਾ ਸਕੈ ਤਤ ਪਰ ਹਰ ਸੇਵਾ। ਕਿਉਂਕਿ ਇਹ ਜੋ ਹਰ ਦੀ ਸੇਵਾ ਵਿੱਚ ਲੱਗਿਆ ਹੋਇਆ ਹਰ ਵਕਤ, ਇਹਨੂੰ ਕੋਈ ਨਹੀਂ ਮਾਰ ਸਕਦਾ। ਮਾਨ ਪੁਰੰਦਰ ਪੈ ਉਰਮਾਹੀ। ਉਸ ਵਕਤ ਇੰਦਰ ਡਰ ਗਿਆ। ਅੱਛਾ, ਏਡਾ ਵੱਡਾ ਭਗਤ ਆਤਮ ਗਿਆਨੀ ਹਰਨਾਕਸ਼ ਦੇ ਘਰ ਜਨਮ ਲੈ ਰਿਹਾ। ਰਿਕੇ ਕਹੇ ਛਾੜ ਦਿਆ ਤਾਹੀ। ਉਹ ਰਿਸ਼ੀ ਦੇ ਕਹੇ ਹੋਏ ਉਹ ਜਿਹੜੀ ਪ੍ਰਹਿਲਾਦ ਕਹਿੰਦਾ ਮੇਰੀ ਮਾਤਾ ਨੂੰ ਇੰਦਰ ਦੇਵਤੇ ਨੇ ਛੱਡ ਦਿੱਤਾ। ਫਿਰ ਭਗਤ ਨਾਮ ਸੁਨ ਬਦਨ ਕੀਨੀ। ਭਗਤੀ ਦਾ ਨਾਮ ਸੁਣ ਕੇ ਬੰਦਨਾ ਕੀਤੀ। 14 3 ਪ੍ਰਦਖਣ ਦੀਨੀ। ਸੋ ਉਸ ਵਕਤ ਉਹਦੀ ਮਾਤਾ ਦੇ ਦੁਆਲੇ 3 ਪ੍ਰਦਖਣਾ ਕੀਤੀਆਂ। ਤੇਸਨ ਕਰਨਾ ਕਰ ਮੁਨ ਰਾਇਆ। ਉਸ ਵਕਤ ਜਿਹੜਾ ਇੰਦਰ ਦੇਵਤਾ ਉਹਨੇ ਵੀ ਪ੍ਰਦਖਣਾ ਕੀਤੀਆਂ। ਧੰਨ ਹੈ ਜਿੱਥੇ ਬ੍ਰਹਮ ਗਿਆਨ ਹੈ, ਜਿੱਥੇ ਭਗਤੀ ਹੈ, ਉਸ ਮਾਤਾ ਦੀਆਂ 3 ਪ੍ਰਦਖਣਾ ਕੀਤੀਆਂ ਇੰਦਰ ਦੇਵਤੇ ਨੇ ਵੀ। ਕਹਿਤ ਸੋ ਨਿਜ ਆਸ਼ਰਮ ਲਿਆਇਆ। ਫਿਰ ਆਪਣੇ ਟਿਕਾਣੇ, ਆਪਣੇ ਆਸ਼ਰਮ ਦੇ ਵਿੱਚ ਇਹ ਜਿਹੜਾ ਸੀ ਨਾਰਦ ਮੁਨੀ ਉਸ ਹਰਨਾਕਸ਼ ਦੀ ਪਤਨੀ ਨੂੰ ਲੈ ਕੇ ਆ ਗਿਆ। ਇਹ ਪੁੱਤਰੀ ਰਹੀਏ ਇਸ ਥਾਨਾ। ਇਹ ਪੁੱਤਰੀ ਤੂੰ ਇੱਥੇ ਰਹਿਣਾ ਕਰ ਸਾਡੇ ਪਾਸ। ਜਬ ਲਗਤਾ ਪਤ ਨਹੀਂ ਮੇਲਾਨਾ। ਜਦੋਂ ਤੱਕ ਤੁਹਾਡੇ ਪਤੀ ਦੇਵ ਨਹੀਂ ਆਉਂਦੇ ਤੁਸੀਂ ਸਾਡੇ ਪਾਸ ਰਹੋ। ਤਬ ਲਗ ਸਭ ਤੇ ਨਿਰਭੈ ਪਾਏ। ਉਦੋਂ ਤੱਕ ਇੱਥੇ ਬਿਨਾਂ ਕਿਸੇ ਡਰ ਤੋਂ ਰਹੋ। ਰਹੋ ਰਖਨ ਟਿਕ ਚਿੰਤ ਵਿਹਾਈ। ਬਿਨਾਂ ਕਿਸੇ ਗੱਲ ਤੋਂ, ਕਿਸੇ ਚਿੰਤਾ ਤੋਂ ਬਿਨਾਂ ਰਿਸ਼ੀਆਂ ਦੇ ਕੋਲ ਇੱਥੇ ਰਹੋ, ਭਗਤੀ ਕਰੋ ਬੈਠ ਕੇ। ਸੁਣ ਕਰ ਸਭ ਦੁਖ ਚਿੰਤਾ ਭਾਗੇ। ਸੁਣ ਕੇ ਸਾਰੇ ਦੁੱਖ ਤੇ ਚਿੰਤਾ ਦੌੜ ਗਈ। ਹਿਤ ਧਰ ਦੇਖਨ ਸੇਵਕੋ ਲਾਗੀ। ਉਹ ਬੜੇ ਪ੍ਰੇਮ ਦੇ ਨਾਲ ਰਿਸ਼ੀਆਂ ਮੁਨੀਆਂ ਮਹਾਤਮਾ ਦੀ ਸੇਵਾ ਕਰਨ ਲੱਗ ਪਈ। ਇਸ ਪ੍ਰਕਾਰ ਬੀਤਿਓ ਕਿਤ ਕਾਲਾ। ਇਸ ਤਰੀਕੇ ਨਾਲ ਜਦੋਂ ਕਿੰਨਾ ਕੁ ਸਮਾਂ ਬਤੀਤ ਹੋ ਗਿਆ, ਮੁਝ ਉਪਦੇਸੋ ਗਿਆਨ ਵਿਸਾਲਾ। ਤਾਂ ਮੈਨੂੰ ਬਹੁਤ ਭਾਰੀ ਫਿਰ ਨਾਰਦ ਜੀ ਨੇ ਉਪਦੇਸ਼ ਦਿੱਤਾ। ਰਹੀ ਨਾ ਸੁਧ ਮਾਤਾ ਜੋ ਜਬ ਕੀ। ਸੋ ਰਹੀ ਨਾ ਸੁਧ ਮਾਤਾ ਕੋ ਜਬਕਿ, ਉਦੋਂ ਦੀ ਮਾਤਾ ਨੂੰ ਕੋਈ ਸੁਧ ਹੀ ਨਾ ਰਹੀ। ਹਿਰਦੇ ਭਗਤ ਤਾਰੀ ਮੈਂ ਤਬ ਕੀ। ਮੈਂ ਉਦੋਂ ਦੀ ਭਗਤੀ ਆਪਣੇ ਮਨ ਚ ਵਸਾ ਲਈ, ਹਲੇ ਮੈਂ ਜਨਮ ਵੀ ਨਹੀਂ ਸੀ ਲਿਆ। ਉਹ ਜਿੰਨੇ ਗ੍ਰੰਥ ਮੇਰੀ ਮਾਤਾ ਨੂੰ ਸੁਣਾਉਂਦੇ ਸੀਗੇ ਧਾਰਮਿਕ, ਉਹ ਸਾਰੇ ਹੀ ਮੈਂ ਸੁਣਦਾ ਰਿਹਾ ਮਾਤਾ ਦੇ ਉਦਰ ਵਿੱਚ। ਤੇ ਉਦਰ ਵਿੱਚ ਸੁਣਨੇ ਕਰਕੇ ਹੀ ਗਿਆਨ ਹੋ ਗਿਆ। ਟੀਵੀ ਦੇਖਣ ਨਾਲ ਨਿਆਣੇ ਸਿੱਖ ਨਹੀਂ ਬਣਦੇ ਹੈਗੇ, ਨਾ ਹੋਰ ਪੁੱਠੀਆਂ ਗੱਲਾਂ ਕਰਨ ਦੇ ਨਾਲ। ਲਗਾਤਾਰ ਉਹਨਾਂ ਸਮਾਂ ਫਿਰ ਜੇ ਸਹਿਜ ਪਾਠ, ਅਖੰਡ ਪਾਠ ਜਾਂ ਸੁਖਮਨੀ ਸਾਹਿਬ ਦੇ ਪਾਠ ਅਭਿਆਸ ਕਰੇ ਤਾਂ ਜੋਧਾ ਪੁੱਤਰ ਭਗਤ ਪੁੱਤਰ ਪੈਦਾ ਹੁੰਦਾ ਹੈ। ਸੋ ਅਬ ਤੁਮ ਸੋ ਕਹਿਤ ਸੁਨਾਈ। ਉਹ ਮੈਂ ਤੁਹਾਨੂੰ ਹੁਣ ਕਹਿ ਕੇ ਸੁਣਾਈ ਗੱਲ। ਕਰਹੁ ਸਦੀਵ ਵਿਕਾਰ ਵਿਹਾਈ। ਇਸ ਕਰਕੇ ਤੁਸੀਂ ਕਹਿੰਦੇ ਨਾ ਤੂੰ ਕਿਤੇ ਸਤਸੰਗ ਨਹੀਂ ਗਿਆ, ਤੂੰ ਕੋਈ ਸੰਤ ਨੂੰ ਨਹੀਂ ਮਿਲਿਆ, ਇਹ ਤੈਨੂੰ ਗਿਆਨ ਕਿੱਥੋਂ ਹੋ ਗਿਆ? ਉਹ ਭਾਈ ਮੈਨੂੰ ਇਹ ਗਿਆਨ ਮਾਤਾ ਦੇ ਉਦਰ ਵਿੱਚ ਹੀ, ਕਿਉਂਕਿ ਮੈਂ ਸੰਤਾਂ ਮਹਾਤਮਾ ਦੇ ਉਸ ਸਥਾਨ ਤੇ ਜਾ ਕੇ ਮਹਾਤਮਾ ਕੋਲੋਂ ਕਥਾ ਸੁਣਦਾ ਰਿਹਾ ਤੇ ਕਥਾ ਸੁਣਨ ਕਰਕੇ ਹੀ ਮੈਂ ਮਹਾਤਮਾ ਬਣ ਗਿਆ। ਕਥਾ ਸੁਣਨ ਕਰਕੇ ਮੇਰੇ ਹਿਰਦੇ ਦੇ ਅੰਦਰ ਪਹਿਲਾਂ ਹੀ ਗਿਆਨ ਪ੍ਰਗਟ ਹੋ ਗਿਆ ਸੀ। ਖਟ ਵਿਕਾਰ ਆਤਮ ਮਹਿ ਨਾਹੀ। ਹੁਣ ਮੇਰੀ ਆਤਮਾ ਵਿੱਚ ਜਿਹੜੇ 6 ਵਿਕਾਰ ਹੁੰਦੇ ਨੇ ਨਾ,
ਉਹ ਵਿਕਾਰ ਸਾਰੇ ਹਟ ਗਏ ਨੇ। ਲਖੀਏ ਸਰਬ ਸਰੀਰ ਨਮਾਹੀ। ਇਹ ਸਾਰਿਆਂ ਦੇ ਸਰੀਰਾਂ ਵਿੱਚ ਹੁੰਦੀ ਆਤਮਾ, ਉਹ ਜਿਹੜੀ 6 ਵਿਕਾਰਾਂ ਤੋਂ ਰਹਿਤ ਹੁੰਦੀ ਹੈ। ਜਨਮ ਅਸਤ ਅਰ ਬਿਰਧ ਪ੍ਰਣਾਮਾ। ਹੁਣ ਇਹਦੇ ਵਿੱਚ ਜਿਹੜੀਆਂ ਕਿਹੜੀਆਂ ਚੀਜ਼ਾਂ ਹੁੰਦੀਆਂ, ਇੱਕ ਤਾਂ ਜਨਮ ਲੈਣਾ ਬਾਰ-ਬਾਰ, ਇੱਕ ਸਥਿਤੀ, ਇੱਕ ਬੁੱਢਾ ਹੋਣਾ, ਬਦਲ ਜਾਣਾ, ਕ੍ਰਿਸ਼ ਹੋਣਾ, ਢਲਣਾ ਸਰੀਰ ਨੇ, ਖੀਣ ਹੋਣ ਮਰਣੋਂ ਦੁਖ ਧਾਮਾ। ਸਵੇਰ ਖੀਣ ਹੋਣਾ, ਨਾਸ ਹੋਣਾ ਜਿਹੜਾ ਹੈ। ਇਸੇ ਪ੍ਰਕਾਰ ਇਹ ਜਿਹੜਾ ਸੰਸਾਰ ਦੇ ਅੰਦਰ ਮਰਨਾ, ਦੁੱਖਾਂ ਦਾ ਘਰ ਜੋ ਹੈ। ਆਤਮ ਇਨ ਤੇ ਰਹੇ ਨਿਆਰੋ। ਆਤਮਾ ਇਹਨਾਂ ਚੀਜ਼ਾਂ ਤੋਂ ਨਿਆਰੀ ਰਹਿੰਦੀ ਹਮੇਸ਼ਾ, ਜੰਮਣ ਮਰਨ ਤੋਂ। ਜਉ ਜਲ ਕਮਲ ਦਲਨ ਨਿਰਧਾਰੋ। ਮੰਨ ਲਓ ਵੀ ਜਿਵੇਂ ਨਿਰਣੇ ਕਰ ਲਓ ਕਿ ਕਮਲ ਦੇ ਜਿਵੇਂ ਪੱਤੇ ਹੁੰਦੇ ਨੇ, ਸੁਧ ਵਿਆਪਕ ਅਵਦੈ ਸੋ। ਇਸੇ ਤਰ੍ਹਾਂ ਪਰਿਪੂਰਨ ਇੱਕ ਰਸ ਹੈ ਪ੍ਰਮਾਤਮਾ ਸਾਰੇ ਕਿਤੇ। ਜਿਵੇਂ ਕਮਲ ਨਿਰਲੇਪ ਰਹਿੰਦਾ, ਇਸੇ ਤਰ੍ਹਾਂ ਸਾਡੀ ਆਤਮਾ ਨਿਰਲੇਪ ਹੀ ਰਹਿੰਦੀ ਹੈ। ਸਰਬ ਸਰੀਰਨ ਆਛਰ ਹੈ ਜੋ। ਸਾਰਿਆਂ ਸਰੀਰਾਂ ਦਾ ਜੋ ਆਸਰਾ ਸਰੂਪ ਹੈ ਪ੍ਰਮਾਤਮਾ। ਸਤਿਆ ਸਦੇਵ ਆਨੰਦ ਅਨੂਪਾ। ਸਤਿ ਹੈ ਜੋ ਹਮੇਸ਼ਾ ਸਦੀਵ ਕਾਲ ਹੈ, ਜੋ ਆਨੰਦ ਸਰੂਪ ਹੈ, ਸਤ ਚੇਤਨ ਆਨੰਦ ਹੈ। ਸੋ ਤੁਮ ਜਾਨੋ ਅਪਠ ਸਭ ਰੂਪਾ। ਉਹ ਆਪਣਾ ਸਰੂਪ ਹੈ ਸਾਰਿਆਂ ਦਾ, ਜਿਹੜਾ ਅੰਦਰਲੇ ਪਾਸੇ ਸਰੂਪ ਆ। ਬਾਹਰਲਾ ਸਰੀਰ ਤਾਂ ਆਪਣਾ ਕਈ ਵਾਰ ਆਇਆ ਕਈ ਵਾਰ ਗਿਆ, ਇਹ ਤਾਂ ਸਰੂਪ ਨਾਸਵੰਤ ਹੈ। ਬਾਹਰਲਾ ਇਹ ਰੂਪ ਹੈ। ਬਾਹਰਲਾ ਰੂਪ ਹੁੰਦਾ, ਅੰਦਰਲਾ ਸਰੂਪ ਹੁੰਦਾ। ਸਰੂਪ ਸਦਾ ਰਹਿੰਦਾ, ਰੂਪ ਹਮੇਸ਼ਾ ਬਦਲਦਾ ਰਹਿੰਦਾ। ਨਸਵਰ ਦੇਹ ਪਦਾਰਥ ਜੇਤੇ। ਜਿੰਨਾ ਦੇਹੀ ਆਪਣੀ ਹੋਰ ਪਦਾਰਥ ਨੇ, ਇਹ ਨਸ਼ਵਰ ਹੁੰਦਾ, ਨਾਸਵੰਤ ਹੀ ਹੈ। ਮੈਂ ਮੇਰੀ ਤਜ ਦੇਹੋ ਅਨੇਤੇ। ਇਸ ਕਰਕੇ ਇਹ ਜਿਹੜਾ ਨਾ ਮਨ ਦੇ ਅੰਦਰੋਂ ਇਹ ਮੈਂ ਮੇਰੀ ਸਭ ਛੱਡ ਦਿਓ। ਪ੍ਰਕਿਰਤ ਮੂਲ ਮਹਿ ਤਤ ਪਾਵਾ। ਇਸ ਕਰਕੇ ਮੈਂ ਮੇਰੀ ਦਾ ਤਿਆਗ ਕਰ ਦਿਓ, ਫਿਰ ਤੁਹਾਡੇ ਉੱਤੇ ਮਹਾਰਾਜ ਦੀ ਕਿਰਪਾ ਹੋ ਜਾਵੇਗੀ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨਗੇ, ਕਿਉਂਕਿ ਅੱਗੇ ਪ੍ਰਸੰਗ ਹੈ ਤਾਂ ਬੜਾ ਵਧੀਆ, ਪਰ ਸਮਾਂ ਉੱਪਰ ਹੋ ਗਿਆ। ਇਸ ਕਰਕੇ ਕੱਲ ਨੂੰ ਸ਼ਰਵਣ ਕਰਾਂਗੇ। ਸਤਿਗੁਰੂ ਜਿਵੇਂ ਬਖਸ਼ਿਸ਼ ਕਰਨਗੇ। ਕੱਲ ਨੂੰ ਪ੍ਰਕਿਰਤੀ ਮੂਲ ਮਹੀ ਤੱਤ, ਬਹੁਤ ਡੂੰਘੀ ਚੀਜ਼ ਆਉਣੀ ਹੈ। ਸਾਰੀਆਂ ਚੀਜ਼ਾਂ ਵਿਦਾਨ ਦੀਆਂ ਹੁੰਦੀਆਂ ਬੜੀਆਂ ਡੂੰਘੀਆਂ। ਅੰਦਰਲੇ ਪਾਸੇ ਸਾਡੇ ਕੀ ਹੈ, ਬਾਹਰ ਕੀ ਹੈ, ਸਰੀਰ ਕਿਵੇਂ ਬਣਿਆ, ਇਹ ਸਾਰਾ ਗਿਆਨ ਸਾਨੂੰ ਪ੍ਰਾਪਤ ਹੋਵੇਗਾ। ਸਤਿਗੁਰੂ ਬਖਸ਼ਿਸ਼ ਕਰਨਗੇ। ਪ੍ਰਹਿਲਾਦ ਜੀ ਨੂੰ ਗਿਆਨ ਬਚਪਨ ਤੋਂ ਹੀ, ਜਦੋਂ ਜਨਮ ਲਿਆ, ਕਈ ਜਨਮ ਤੋਂ ਹੀ ਬ੍ਰਹਮ ਗਿਆਨ 'ਚ ਹੁੰਦੇ ਨੇ। ਕਦੇ ਕਦੇ ਐਸਾ ਬ੍ਰਹਮ ਗਿਆਨੀ ਦੁਨੀਆ 'ਚ ਆਉਂਦਾ ਕਿ ਜੰਮਦੇ ਹੀ ਬ੍ਰਹਮ ਗਿਆਨ ਹੋਵੇ। ਆਪਣੇ ਵਿੱਚ ਵੀ ਕਈ ਮਹਾਤਮਾ ਆਏ ਜਿਨ੍ਹਾਂ ਨੂੰ ਜੰਮਦੇ ਹੀ ਬ੍ਰਹਮ ਗਿਆਨ ਹੁੰਦਾ। ਸੋ ਇਸ ਕਰਕੇ ਜੰਮਦਿਆਂ ਗਿਆਨ ਹੋਣਾ ਉਹ ਬੜੀ ਵੱਡੀ ਬਖਸ਼ਿਸ਼ ਹੁੰਦੀ ਹੈ। ਕੱਲ ਨੂੰ ਸ਼ਰਵਣ ਕਰਾਂਗੇ। ਸਤਿਗੁਰੂ ਬਖਸ਼ਿਸ਼ ਕਰਨਗੇ। ਜਿਵੇਂ ਵਾਹਿਗੁਰੂ 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 ਰਾਮ ਜਪੋ ਜੀ ਐਸੇ ਐਸੇ, ਰਾਮ ਜਪੋ ਜੀ ਐਸੇ ਐਸੇ, ਰਾਮ ਜਪੋ ਜੀ ਐਸੇ ਐਸੇ, ਰਾਮ ਜਪੋ ਜੀ ਐਸੇ ਐਸੇ। ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਸਤਿ ਨਾਮ ਵਾਹਿਗੁਰੂ
ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ।